We should. I want somebody to come and help me. ਇਹ ਨਹੀਂ ਕਿ ਮੈਂ ਪੂਰੇ ਪੈਸੇ ਦੇ ਦਿੰਦਾ ਫਿਰ ਇਹ ਫਿਰ ਕਰੀ ਜਾ ਰਿਹਾ। ਇਹਨਾਂ ਨੇ ਮੈਨੂੰ 7th ਨੂੰ ਕਿਹਾ ਪੈਸੇ ਦਿੱਤੇ, 8th ਨੂੰ ਭੰਡੀ ਕਰਤੀ, ਮੈਂ 11th ਨੂੰ ਪੈਸੇ ਦਿੱਤੇ, 21st ਨੂੰ ਪੈਸੇ ਦਿੱਤੇ, ਫਿਰ ਭੰਡੀ ਕਰਤੀ। ਔਰ ਉੱਥੇ ਜਾ ਕੇ ਦੱਸ ਰਹੇ ਕਿ ਮੈਂ ਪੈਸੇ ਨਹੀਂ ਦੇ ਰਿਹਾ, ਮੈਂ ਵੇਜ ਥੈਫਟ ਹੈ। ਇਸ ਤਰ੍ਹਾਂ ਮੈਂ ਸਾਰੇ ਪੈਸੇ ਦੇ ਦਿੰਦਾ, ਫਿਰ ਵੀ ਇਸ ਤਰ੍ਹਾਂ ਕਰੀ ਜਾਵਾਂਗੇ, ਮੈਂ ਕੀ ਕਰਾਂਗਾ। ਸਰ ਬਹੁਤ ਹਰਟ ਹੁੰਦਾ, ਫੈਮਿਲੀ ਡਿਸਟਰਬ ਹੁੰਦੀ ਹੈ। ਵੇਜਸ ਥੈਫਟ ਕਿੱਥੇ ਹੈ? ਵੇਜਸ ਇਜ਼ ਡਿਲੇਡ ਐਂਡ ਵੀ ਆਰ ਪੇਇੰਗ। ਜੁਲਾਈ ਨੂੰ ਪੈਸੇ ਪਾਏ, 11 ਜੁਲਾਈ ਨੂੰ ਪੈਸੇ ਪਾਏ, 21 ਜੁਲਾਈ ਨੂੰ ਪੈਸੇ ਪਾਏ। ਔਰ ਸਾਡਾ ਮਾੜਾ ਟਾਈਮ ਥੋੜਾ ਬਹੁਤ ਆ ਗਿਆ। ਇਹ ਚਲੋ ਖੜੇ ਕੀ ਹੋਣਾ, ਤੁਸੀਂ ਭੰਡੀ ਸ਼ੁਰੂ ਕਰਤੀ ਕਰਨੀ, ਇਹ ਨਹੀਂ ਠੀਕ ਹੈਗਾ। ਇਹਨਾਂ ਦਾ $78,020 ਮੈਂ ਦੇ ਚੁੱਕਾ 61%। ਨਹੀਂ ਹਟਦੇ, ਉਹਨਾਂ ਨੂੰ ਇੰਜ ਲੱਗਦਾ ਕਿ ਇਹ ਬੰਦਾ ਬੈਕ ਕਰ ਰਿਹਾ, ਇਹ ਝੁਕ ਰਿਹਾ, ਇਹਨੂੰ ਹੋਰ ਚੁਕਾ ਲਿਆ। ਜੋ ਕੁਝ ਹੋਇਆ, ਜਿੱਦਾਂ ਫੋਟੋਆਂ ਲਾ ਕੇ ਤੁਹਾਡੀਆਂ ਸੜਕਾਂ ਤੇ ਪ੍ਰੋਟੈਸਟ ਕੀਤੇ ਗਏ, ਫੈਮਿਲੀ ਨੂੰ ਹਰਟ ਹੁੰਦਾ ਬੀਇੰਗ। ਮੇਰੇ ਕੋਲ ਕੋਈ ਲੇਬਰ ਕੋਡ ਦੀ ਕੋਈ ਇੰਸਟਰਕਸ਼ਨ ਕੋਈ ਆਈ ਨਹੀਂ ਕਿ ਮੈਂ ਬਿਨਾਂ ਲੇਬਰ ਕੋਡ ਤੋਂ ਹੀ ਪੈਸੇ ਦੇ ਰਿਹਾ। ਤੁਸੀਂ ਮੇਰੇ ਨਾਲ ਐਂਗਰੀ ਹੁੰਦਾ, ਅਧਿਕਾਰ ਉਦੋਂ ਹੀ ਰੱਖਦੇ ਜਦੋਂ ਤੁਸੀਂ ਮੇਰੀ ਵੀ ਗੱਲ ਸੁਣੋਗੇ। ਭਾਜੀ ਪਲੀਜ਼ ਮੇਰੀ ਗੱਲ ਵੀ ਸੁਣੋ। ਅਗਰ ਇੱਕ ਬੰਦਾ ਪੈਸੇ ਦੇ ਰਿਹਾ, ਪਲੀਜ਼ ਉਹਨੂੰ ਨਾ ਤੁਸੀਂ ਇਸ ਤਰ੍ਹਾਂ ਭੰਡ ਕੇ। ਉਹ ਫਾਸਟ ਲਾਈਨ ਟਰੱਕਰ ਨਾਲ ਤੁਸੀਂ ਐਂਗਰੀ ਕਿਉਂ? ਲਿਸਨ ਟੂ ਫਾਸਟ ਲਾਈਨ ਟਰੱਕਰਸ ਆਲਸੋ। ਬਿਲਕੁਲ। ਮੈਂ ਇਹ ਕਹਿੰਦਾ ਕਿ ਤੇ ਵੇਜ ਥੈਫਟ ਕਿੱਥੇ ਹੈ? ਵੇਜ ਥੈਫਟ ਤਾਂ ਹੁੰਦੀ ਕਿ ਜੇ ਬੰਦਾ ਕਹੇ ਮੈਂ ਤੁਹਾਡੇ ਪੈਸੇ ਨਹੀਂ ਦੇਣੇ, ਜੋ ਕਰਨਾ ਕਰ ਲਓ। ਮੈਂ ਤਾਂ ਗੱਲ ਕਹੀ ਨਹੀਂ। ਵੇਜ ਥੈਫਟ ਦਾ ਵਰਡ ਐਡਜਸਟ ਹੁੰਦਾ ਕਿ ਵੇਜਸ ਡਿਲੇਸ ਆਰ ਨਾਟ ਵੇਜਸ ਥੈਫਟ। ਉਹ ਕਮਿਊਨੀਕੇਟ ਹੀ ਨਹੀਂ ਕਰਦੇ ਔਰ ਨਾ ਸਟਾਪ ਕਰਦੇ ਪਏ। ਐਂਡ ਆਈ ਐਮ ਰੈਡੀ ਟੂ ਗਿਵ, ਮੇਰੇ ਕੋ ਆ ਕੇ ਲੈ ਜਾਓ, ਬਟ ਸਟਾਪ ਦਿਸ ਥਿੰਗਸ। 21 ਜੁਲਾਈ ਨੂੰ ਤੁਸੀਂ 50% ਪੇਮੈਂਟ ਜਿਹੜੀ ਹੈ ਸਾਰੇ ਜਿਹੜੇ ਡਰਾਈਵਰਸ ਹੈ 20 ਦੇ 20 ਇਹਨਾਂ ਨੂੰ 50% ਪੇਮੈਂਟ ਦੇ ਦਿੱਤੀ। ਉਹ ਮੇਰੇ ਬੱਚਿਆਂ ਵਰਗੇ, ਮੇਰੇ ਅੱਛੇ ਸਾਥੀ ਰਹੇ, ਮੇਰੇ ਵਾਸਤੇ ਕੰਮ ਕਰਦੇ ਰਹੇ। ਦਿਸ ਇਜ਼ ਮਾਈ ਰਿਸਪੌਂਸਿਬਿਲਿਟੀ ਟੂ ਪੇ ਮਾਈ EMPLOYEES। ਲੇਕਿਨ ਜਦ ਟਾਊਨ ਹਾਲ ਹੁੰਦੀ ਹੈ 22 ਜੁਲਾਈ ਨੂੰ, ਟਾਊਨ ਹਾਲ ਜਿਹੜੇ ਟਰੱਕਰਸ ਕਰਦੇ ਡਰਾਈਵਰਸ, ਉੱਥੇ ਕਿਸੇ ਨੇ ਆ ਮੈਂਸ਼ਨ ਨਹੀਂ ਕੀਤਾ ਕਿ ਅਸੀਂ ਆ ਜਿਹੜੀ ਪੇਮੈਂਟ ਹੈ 50% ਸਾਨੂੰ ਮਿਲ ਗਈ ਹੈ। 6 ਦੀ ਪੇਮੈਂਟ ਨਹੀਂ ਪਾ ਸਕਿਆ, 7 ਦੀ ਪੇਮੈਂਟ ਮੈਂ ਪਾਤੀ। ਇਹਨਾਂ ਨੇ 8 ਜੁਲਾਈ ਨੂੰ ਮੇਰਾ ਫੋਟੋ ਲਗਾ ਕੇ, ਮੇਰਾ ਉਹ ਲਗਾ ਕੇ ਜੋ ਬੋਲਣਾ ਸੀ ਬੋਲਿਆ। ਬਾਕੀ ਮੇਰੇ 45 ਦੇ ਟਰੱਕ 45 ਟਰੱਕਸ ਖੜ ਗਏ ਸੀ। ਇਸ ਤਰ੍ਹਾਂ ਨਹੀਂ ਸੀ ਕਿ ਮੇਰਾ ਬਿਜ਼ਨਸ ਚੱਲ ਰਿਹਾ ਸੀ, ਮੈਂ ਕੁਝ ਕਰ ਰਿਹਾ ਸੀ। ਕੋਈ ਸਾਲ ਦੀ ਤੇ ਕਾਰਨ ਕੀ ਹੋਇਆ ਕਿ ਵੇਜਸ ਜਿਹੜੀਆਂ ਡਿਲੇ ਹੋਈਆਂ? ਆਪਰੇਸ਼ਨ ਆਫ ਦ ਟਰੱਕਸ ਹੈਜ਼ ਟੂ ਬੀ ਸਟਾਪਡ। ਕਿਹਾ ਜਾਂਦਾ ਹੈ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਹਰ ਕੋਈ ਵੀ ਸਟੋਰੀ ਹੈ, ਉਹਦੇ ਦੋ ਪੱਖ ਹੁੰਦੇ ਆ। ਔਰ ਬੀਇੰਗ ਅ ਮੀਡੀਆ, ਬੀਇੰਗ ਅ ਰਿਸਪੌਂਸਿਬਲ ਮੀਡੀਆ, ਸਾਡਾ ਫਰਜ਼ ਬਣਦਾ ਹੈ ਅਗਰ ਅਸੀਂ ਇੱਕ ਸਾਈਡ ਦਿਖਾਉਂਦੇ ਤਾਂ ਸਾਨੂੰ ਦੂਜਾ ਤਰਫ ਵੀ ਦਿਖਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਪਤਾ ਹੈ ਵੇਜ ਥੈਫਟ ਦੀ ਗੱਲ ਚੱਲਦੀ ਹੈ ਓਨਟਾਰੀਓ 'ਚ, ਔਰ ਕਾਫੀ ਇੱਦਾਂ ਦੇ ਪ੍ਰੋਟੈਸਟ ਹੋਏ ਹੈ। ਨਵੇਂ ਯੂਥ ਜਿਹੜੇ ਟਰੱਕ ਡਰਾਈਵਰਸ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ, ਆਰਗੇਨਾਈਜੇਸ਼ਨਸ ਵੀ ਉਹਦੇ 'ਚ ਨਾਲ ਉਹਨਾਂ ਨੂੰ ਸਪੋਰਟ ਕਰਦੀਆਂ, ਪ੍ਰੋਟੈਸਟ ਕੀਤਾ ਕਿ ਸਾਡੀ ਤਨਖਾਹਾਂ, ਸਾਡੀਆਂ ਵੇਜਸ ਮਾਰੀਆਂ ਗਈਆਂ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਗਰ ਉਹ ਵੇਜਾਂ ਮਾਰੀਆਂ ਗਈਆਂ ਤੇ ਦੂਜਾ ਪੱਖ ਕੀ ਹੈ। ਸੋ ਅਸੀਂ ਅੱਜ ਪਹੁੰਚੇ ਇੰਪਲੋਇਰ ਕੋਲ, ਜਿਹੜੇ ਕਿ ਉਸ 20 ਬੱਚੇ ਜਿਹੜੇ ਕੰਮ ਕਰਦੇ ਸੀ ਉਸ ਕੰਪਨੀ ਦੇ ਅੰਦਰ, ਤੇ ਉਹਨਾਂ ਦਾ ਕੀ ਕਿੱਸਾ ਸੀਗਾ, ਕਿਉਂ ਉਹਨਾਂ ਨੂੰ ਪ੍ਰੋਟੈਸਟ ਕਰਨਾ ਪਿਆ, ਕੀ ਉਹਨਾਂ ਦੀ ਵੇਜਾਂ ਮਾਰੀਆਂ ਗਈਆਂ ਕਿ ਪੇਮੈਂਟ ਡਿਲੇਜ਼ ਹੋਈ ਹੈ, ਲੇਕਿਨ ਇਹਦੇ ਪਿੱਛੇ ਕਾਰਨ ਕੀ ਹੈ। ਸੋ ਅਸੀਂ ਉਹ ਗੱਲਬਾਤ ਕਰਾਂਗੇ। ਕੰਪਨੀ ਨੂੰ ਜੋ ਰਿਪਰੈਜ਼ੈਂਟ ਕਰਦੇ ਹੈ, ਅਸੀਂ ਉਹਨਾਂ ਕੋਲ ਚੱਲਦੇ ਹਾਂ, ਮਿਸਟਰ ਹਰਦੇਵ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਸਾਰਾ ਮਾਮਲਾ ਕੀ ਸੀਗਾ ਔਰ ਉਹਨਾਂ ਨੇ ਇਹਦੀ ਰੈਜ਼ੋਲੂਸ਼ਨ ਕੀ ਕੀਤੀ, ਕਿ ਉਹਨਾਂ ਨੇ ਕਮਿਊਨੀਕੇਸ਼ਨ ਬੰਦ ਕੀਤੀ, ਕਿ ਉਹਨਾਂ ਨੇ ਕਿ ਪ੍ਰੋਮਿਸ ਕੀਤਾ ਕਿ ਤੁਹਾਡੀ ਵੇਜਸ ਕੁਝ ਡਿਲੇ ਹੈ, ਵਟਸੋਐਵਰ ਰੀਜ਼ਨ ਉਹਦਾ ਦਿੱਤਾ। ਸੋ ਕੀ ਕੱਲਾ ਰੀਜ਼ਨ, ਕੱਲਾ ਇੱਕ ਕਾਰਨ ਪ੍ਰੋਟੈਸਟ ਜਾਂ ਟਾਊਨ ਹਾਲਸ ਕਰਨ ਦਾ ਕਿ ਵੇਜ ਸਾਡੀਆਂ ਮਾਰੀਆਂ ਗਈਆਂ ਉਹ ਠੀਕ ਹੈ? ਇਹਦਾ ਫੈਸਲਾ ਜਿਹੜਾ ਹੈ ਕੋਰਟ ਕਰਦਾ ਹੈ, ਜਾਂ ਤੁਸੀਂ ਪਬਲਿਕ, ਤੁਹਾਡੇ ਸਾਹਮਣੇ ਆ ਪੱਖ ਵੀ ਆਉਣਾ ਚਾਹੀਦਾ। ਮੇਰੇ ਸਾਹਮਣੇ ਉਹ ਸਾਰੀ ਫਾਈਲ ਹੈ, ਡਾਕੂਮੈਂਟ ਹੈ ਜੋ ਕਿ ਇੰਪਲੋਇਰ ਨੇ ਸਾਨੂੰ ਦਿੱਤੇ ਹੈ। ਆ ਸਾਰੀ ਕਮਿਊਨੀਕੇਸ਼ਨ ਹੈ ਜਿਹਦੇ 'ਚ ਈਮੇਲ, ਜਿਹਦੇ 'ਚ ਲਾਇਰ ਦੇ ਨਾਲ, ਜਿਹਦੇ 'ਚ ਲਿਸਟ ਹੈ। ਅਸੀਂ ਇਹ 'ਚ ਨਾਮ ਨਹੀਂ ਦਿਖਾਵਾਂਗੇ। 20 ਬੰਦੇ ਸੀਗੇ ਇਸ ਕੰਪਨੀ 'ਚ ਕੰਮ ਕਰਦੇ ਜਿਨ੍ਹਾਂ ਦੀ ਅਪਰੋਕਸੀਮੇਟਲੀ $1,65,000 ਦੇ ਕਰੀਬ ਜਿਹੜੀ ਵੇਜਸ ਡਿਲੇ ਹੋਈਆਂ। ਕਿੰਨੀ ਦੇਰ ਤੋਂ ਡਿਲੇ ਸੀਗੀਆਂ ਇਹ ਵੀ ਗੱਲਬਾਤ ਕਰਾਂਗੇ। ਔਰ ਇਹਦੇ 'ਚ ਇੱਕ ਇਹ ਵੀ ਕਮਿਟਮੈਂਟ ਕੀਤੀ ਗਈ ਸੀ ਕਿ ਜੇ 50% ਜਿਹੜੀ ਪੇਮੈਂਟ ਹੈ 18 ਜੁਲਾਈ ਤੱਕ ਦੇ ਦਿੱਤੀ ਜਾਊਗੀ, ਲੇਕਿਨ ਉਹ 21 ਜੁਲਾਈ ਨੂੰ 50% ਪੇਮੈਂਟ ਕੰਪਨੀ ਦਾ ਕਹਿਣਾ ਕਿ ਅਸੀਂ ਬੱਚਿਆਂ ਨੂੰ ਜਿਹੜੇ ਡਰਾਈਵਰਸ ਹੈ ਦੇ ਦਿੱਤੀਆਂ, ਔਰ ਬੈਲੈਂਸ ਵੀ ਉਹਨਾਂ ਕੋਲ ਪਲਾਨ ਹੈ ਜਿਹੜਾ ਸਬਮਿਟ ਕੀਤਾ ਸੀਗਾ, ਅਸੀਂ ਤੁਹਾਨੂੰ ਦੇ ਦਾਂਗੇ। ਅਗਰ ਆ ਸਾਰਾ ਕਮਿਊਨੀਕੇਸ਼ਨ ਚੱਲਦੀ ਹੈ, ਫਿਰ ਟਾਊਨ ਹਾਲ ਜਾਂ ਪ੍ਰੋਟੈਸਟ ਜਾਂ ਸੜਕਾਂ ਤੇ ਕਿਸੇ ਨੂੰ ਇਸ ਹਿਸਾਬ ਨਾਲ ਫੋਟੋਆਂ ਲਾ ਕੇ ਕਰਨਾ ਕੀ ਉਹ ਜਾਇਜ਼ ਹੈ? ਸੋ ਅਸੀਂ ਗੱਲਬਾਤ ਕਰਦੇ ਮਿਸਟਰ ਹਰਦੇਵ ਨਾਲ। ਹਰਦੇਵ ਜੀ, ਥੈਂਕ ਯੂ ਸਾਡੇ ਨਾਲ ਪ੍ਰਾਈਮ ਏਸ਼ੀਆ ਤੇ ਜੁਆਇਨ ਕਰਨ ਲਈ। ਸਭ ਤੋਂ ਪਹਿਲਾਂ ਥੈਂਕ ਯੂ ਸਰ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀ ਕੰਪਨੀ ਨੂੰ ਰਿਪਰੈਜ਼ੈਂਟ ਕਰਕੇ ਕੰਪਨੀ ਬਾਰੇ ਕੁਝ ਦੱਸ ਸਕਾਂ। ਮੈਂ ਤੇ ਰਿਪਰੈਜ਼ੈਂਟ ਆਪਣੀ ਕੰਪਨੀ ਨੂੰ ਕਰ ਰਿਹਾ। ਮੇਰਾ ਕੋਈ ਟਾਰਗੇਟ ਨਹੀਂ, ਉਹ ਮੇਰੇ ਬੱਚਿਆਂ ਵਰਗੇ, ਮੇਰੇ ਅੱਛੇ ਸਾਥੀ ਰਹੇ, ਮੇਰੇ ਵਾਸਤੇ ਕੰਮ ਕਰਦੇ ਰਹੇ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਆਪਣੇ ਟਰੱਕਿੰਗ ਬਿਜ਼ਨਸ ਦੇ ਬੜੇ ਪ੍ਰਤੀ ਸਿੰਸੀਅਰ ਹਾਂ, ਆਪਣੇ ਡਰਾਈਵਰਾਂ ਦੇ ਪ੍ਰਤੀ ਵੀ ਸਿੰਸੀਅਰ ਹੈ। ਮੇਰੇ ਵਾਸਤੇ ਕਮਿਊਨੀਕੇਸ਼ਨ ਹਰ ਸਮੇਂ ਉਹਨਾਂ ਨਾਲ ਖੁੱਲੀ ਸੀ ਤੇ ਖੁੱਲੀ ਰਹੇਗੀ। ਤੁਹਾਡੀ ਕੰਪਨੀ ਕਿੰਨੀ ਪੁਰਾਣੀ ਹੈ ਹਰਦੇਵ ਜੀ? ਸਾਡੀ ਕੰਪਨੀ 4.5 ਸਾਲ ਪੁਰਾਣੀ ਹੈ ਕੰਪਨੀ। ਸਾਡੇ ਕੋਲ 45 ਟਰੱਕਸ ਹੈ, 60 ਤੋਂ ਵੱਧ ਡਰਾਈਵਰਸ ਹੈਗੇ।
15 ਤੋਂ 20 ਓਨਰ ਆਪਰੇਟਰਸ ਹੈਗੇ ਆ। ਸੋ ਕੀ ਸਾਰਾ ਮਸਲਾ ਹੋਇਆ, ਕਿਉਂਕਿ ਇਹ ਸਾਡੇ ਕੋਲ ਲਿਸਟ ਹੈ ਜਿਹੜੇ 20 ਜਣੇ ਜਿਹੜੇ ਕਹਿੰਦੇ ਕਿ ਸਾਡਾ ਜਿਹੜਾ ਵੇਜਸ ਹੈ ਥੈਫਟ ਕੀਤੀਆਂ ਗਈਆਂ, ਮਤਲਬ ਕਿ ਚੋਰੀ ਕੀਤੀਆਂ ਗਈਆਂ। ਤੁਹਾਡਾ ਕੀ ਪੱਖ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਵੇਜਸ ਥੈਫਟ ਦਾ ਮਤਲਬ ਹੈ ਕਿ ਜੇ ਮੈਂ ਕਹਾਂ ਕਿ ਮੈਂ ਤੁਹਾਨੂੰ ਵੇਜਸ ਨਹੀਂ ਦੇਣੀ ਹੈ ਜਾਂ ਮੈਂ ਵੇਜਸ ਨਹੀਂ ਦੇ ਰਿਹਾ ਹਾਂ, ਠੀਕ ਹੈ, ਮੈਂ ਤੁਹਾਨੂੰ ਦਿਖਾਣਾ ਇਹਨਾਂ ਦਾ ਲੇਬਰ ਕਮਿਊਨਿਟੀ ਵਾਲੇ ਹੈ। ਆਈ ਗਾਟ ਇਹਨਾਂ ਦੀ ਈਮੇਲ ਆਈ 24 ਮਈ ਨੂੰ 2023 2023 ਮਈ ਨੂੰ ਈਮੇਲ ਆਂਦੀ ਹੈ ਡੋਇਨਾ ਦੀ ਕਿ ਆ ਹੈਗੇ 2023-25 ਨੂੰ ਮੇਰਾ ਲਾਇਰ ਮਿਸਟਰ ਪੈਰੀ ਈਵਨ ਮਾਈਸੈਲਫ ਅਸੀਂ ਇਹਨਾਂ ਨੂੰ ਰਿਪਲਾਈ ਕਰਦੇ ਹਾਂ ਇਹਨਾਂ ਦੀ ਵੇਜਸ ਰਹਿੰਦੀਆਂ, ਜਿਹੜਾ ਤੁਸੀਂ ਅਮਾਊਂਟ ਕਿਹਾ ਉਹ ਅਮਾਊਂਟ ਠੀਕ ਨਹੀਂ ਹੈ, 4-5 ਡਰਾਈਵਰਾਂ ਦਾ ਤੁਸੀਂ ਠੀਕ ਕਰਕੇ ਭੇਜ ਦਿਓ। ਇਹਨਾਂ ਨੇ 23 ਮਈ ਨੂੰ ਉਹਨਾਂ ਦਾ ਅਮਾਊਂਟ ਠੀਕ ਕਰਕੇ ਭੇਜਤਾ। 1 ਜੂਨ ਨੂੰ 1 ਜੂਨ ਨੂੰ 23 ਮਈ ਨੂੰ 1 ਜੂਨ ਨੂੰ ਮੈਂ ਇਹਨਾਂ ਦੇ ਪੇਮੈਂਟ ਪਲਾਨਸ ਇਹਨਾਂ ਦੇ ਲਾਇਰਸ ਨੂੰ ਇਹਨਾਂ ਦੇ ਮੇਰੇ ਲਾਇਰ ਵੱਲੋਂ ਸਾਰਿਆਂ ਨੂੰ ਭੇਜਤਾ ਗਿਆ। ਉਹ ਪੇਮੈਂਟ ਪਲਾਨ ਅਸੀਂ ਕਿਹਾ ਸੀ ਕਿ ਅਸੀਂ 22 ਜੂਨ ਨੂੰ ਸ਼ੁਰੂ ਕਰਾਂਗੇ, ਵਿਦਿਨ 10 ਵੀਕਸ ਸਾਰਿਆਂ ਦੇ ਪੇਮੈਂਟਸ ਖਤਮ ਕਰ ਦੇਵਾਂਗੇ। ਕੁਝ ਪ੍ਰੋਬਲਮਸ ਹੋਈਆਂ, ਮੇਰਾ ਲਾਈਨ ਆਫ ਕ੍ਰੈਡਿਟਸ ਔਰ ਆਰਬੀਸੀ ਦੇ ਬਾਕੀ ਮੇਰੇ 45 ਟਰੱਕਸ ਖੜ ਗਏ ਸੀ। ਇਸ ਤਰ੍ਹਾਂ ਨਹੀਂ ਸੀ ਕਿ ਮੇਰਾ ਬਿਜ਼ਨਸ ਚੱਲ ਰਿਹਾ ਸੀ, ਮੈਂ ਕੁਝ ਕਰ ਰਿਹਾ ਸੀ। ਕਿੰਨੀ ਪੁਰਾਣੀਆਂ ਵੇਜਸ ਹੈ ਕਿ ਜਿਹੜੀਆਂ ਨਹੀਂ ਦਿੱਤੀਆਂ ਗਈਆਂ? ਅਪਰੋਕਸੀਮੇਟਲੀ 2 ਮਹੀਨੇ ਲਾ ਲਓ, ਕਿਸੇ ਦੀ 2 ਮਹੀਨੇ ਹੈ, ਕਿਸੇ ਦੀ 1 ਮਹੀਨੇ ਹੈ, ਕਿਸੇ ਦੀ ਥੋੜਾ ਉੱਪਰ ਥੱਲੇ ਹੋਏਗਾ, ਬਟ ਇਟ ਇਜ਼ ਨਾਟ ਲਾਈਕ ਦੈਟ ਕਿ ਐਵਰੀਬਾਡੀ ਇਜ਼ ਸੋ ਮਚ ਪੈਂਡਿੰਗ। ਸਾਲ ਦੀਆਂ ਪੈਂਡਿੰਗ ਨਹੀਂ ਹੈ ਪੇਮੈਂਟ? ਨਹੀਂ, ਸਾਲ ਦੀ ਪੈਂਡਿੰਗ ਨਹੀਂ ਹੈ, ਕੋਈ ਸਾਲ ਦੀ ਤੇ ਪੈਂਡਿੰਗ। ਕਾਰਨ ਕੀ ਹੋਇਆ ਕਿ ਵੇਜਸ ਜਿਹੜੀਆਂ ਡਿਲੇ ਹੋਈਆਂ? ਵੇਜਸ ਡਿਲੇ ਹੋਣ ਦਾ ਕਾਰਨ ਇਹ ਸੀ ਕਿ ਰਿਸੈਸ਼ਨ operation of the trucks has to be stopped. Okay. Undue forceful reasons. Fuel prices नहीं मैच कर रहे सी, जो rates मिल रहे सी मार्केट से ठीक नहीं सी, चलाना उन्होंने बहुत ज़्यादा कट। So I thought कि let me stop and do that. And I was मैं इन्हों ना communicate कर रहा सी कि मैं तानू wages दे रहे हैं, इन्हों भी पता सी कि truck operation start हो रहा। It जड़ा crash आना शुरू है फरवरी तो आना शुरू है। Okay. फरवरी 2023 तो। हाँ, फरवरी तो आना शुरू है। और down I have to stop 45 trucks ਦੀ fleet ਸੀ। ਪਹਿਲਾਂ ਮੈਨੂੰ 5 ਰੋਕਨੇ ਪਏ, ਫਿਰ 10 ਰੋਕਨੇ ਪਏ। ਇਸ ਤਰ੍ਹਾਂ ਨਹੀਂ ਹੋਇਆ ਕਿ ਮੈਨੂੰ ਪੇਮੈਂਟਸ ਆ ਰਹੀਆਂ ਹੋਣ ਮੈਨਾਂ ਦਾ। ਈਵਨ ਕਿ ਜੋ ਮੈਂ ਦੂਜਿਆਂ ਕੋ ਪੇਮੈਂਟਸ ਲੈਣੀਆਂ ਸੀ ਵੈਂਡਰ ਤੋਂ, ਮੇਰਾ $2 ਮਿਲੀਅਨ ਤੋਂ ਉੱਪਰ ਵੈਂਡਰਸ ਕੋ ਵੀ ਪਿਆ ਹੋਇਆ, ਜਿਨ੍ਹਾਂ ਨੂੰ ਆਪਾਂ ਰਿਸੀਵੇਬਲਸ ਕਹਿੰਦੇ ਹੈਗੇ। ਸੋ ਇਟ ਆਲ ਕਰਸਟ, ਬਟ ਐਨੀਵੇਜ਼ ਦਿਸ ਇਜ਼ ਮਾਈ ਰਿਸਪੌਂਸਿਬਿਲਿਟੀ ਟੂ ਪੇ ਮਾਈ EMPLOYEES। ਤੇ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਰਿਹਾ। ਇਹਨਾਂ ਦਾ ਮੈਂ ਤੁਹਾਨੂੰ ਦੱਸਦਾ ਨਾ, 24 ਨੂੰ ਆਇਆ, ਫਿਰ ਅਸੀਂ 25 ਨੂੰ ਰਿਪਲਾਈ ਕੀਤਾ, 23 ਮਈ ਨੂੰ ਅਸੀਂ ਪੇਮੈਂਟਸ ਪਲਾਨ ਭੇਜਤੇ ਕਿ ਅਸੀਂ ਤੁਹਾਨੂੰ 22 ਜੂਨ ਤੋਂ ਦੇਵਾਂਗੇ। ਕਿਸੇ ਕਾਰਨਵਸ਼ ਉਹ ਥੋੜਾ ਡਿਲੇ ਹੋਇਆ। ਦੈਨ ਆਈ ਸੈਂਡ ਕਿ ਆਈ ਐਮ ਨਾਟ ਏਬਲ ਟੂ ਗਿਵ ਯੂ ਔਨ 22 ਜੂਨ, 2 ਵੀਕ ਹੋਰ ਡਿਲੇ, ਐਂਡ ਜੁਲਾਈ 6 ਆਈ ਐਮ ਗੋਇੰਗ ਟੂ ਗਿਵ ਯੂ ਦਾ ਪੇਮੈਂਟ। ਇਹਨਾਂ ਨਾਲ ਮੇਰਾ ਪੇਮੈਂਟ ਪਲਾਨ ਸੀ ਵੀਕਲੀ 2 ਵਾਰ ਦਿਆ ਕਰਾਂਗੇ, ਥਰਸਡੇ ਫਰਾਈਡੇ। ਸੋ ਇਹਨਾਂ ਨੂੰ ਕਿਹਾ ਮੈਂ 6th ਐਂਡ 7th ਨੂੰ ਪੇਮੈਂਟ ਪਾਵਾਂਗਾ। 6th ਦੀ ਪੇਮੈਂਟ ਨਹੀਂ ਪਾ ਸਕਿਆ, 7th ਦੀ ਪੇਮੈਂਟ ਮੈਂ ਪਾਤੀ। ਇਹਨਾਂ ਨੇ 8th ਜੁਲਾਈ ਨੂੰ ਮੇਰਾ ਫੋਟੋ ਲਗਾ ਕੇ, ਮੇਰਾ ਉਹ ਲਗਾ ਕੇ ਜੋ ਬੋਲਣਾ ਸੀ ਬੋਲਿਆ। ਆਈ ਕਾਲਡ 8 ਜੁਲਾਈ, ਉਹਨਾਂ ਨੂੰ ਕਿਹਾ, ਉਹ ਕਹਿੰਦੇ no, what has happened, we can't do anything, but we will not put anything further. 11th ਜੁਲਾਈ ਨੂੰ ਇਹਨਾਂ ਨੇ ਮੈਨੂੰ ਕਿਹਾ ਨਹੀਂ ਪਾਵਾਂਗੇ, ਮੈਂ ਫਿਰ ਇੱਕ ਹੋਰ ਪੇਮੈਂਟ ਪਾਈ। ਓਕੇ, ਫਿਰ ਇਹਨਾਂ ਨੇ 11 ਜੁਲਾਈ ਇਹਨਾਂ ਦੇ ਰॉयल ਦਾ ਈਮੇਲ ਆਇਆ, give us 50% payment, we will delete all the videos we posted and we will not put your picture, we will not do agitation and fluff. ਉਹਨਾਂ ਦਾ ਕਹਿਣਾ ਸੀ 1,65,000 ਜੋ ਅਗਰ 50% ਤੁਸੀਂ ਪੇਮੈਂਟ ਦੇ ਦਿੰਦੇ ਹੋ ਤੇ ਅਸੀਂ ਸਾਰੇ ਵੀਡੀਓ ਜਿਹੜੇ ਵੀ ਪਾਏ ਆ ਜਿੱਥੇ ਵੀ ਉਹ ਡਿਲੀਟ ਕਰ ਦਾਂਗੇ। 18 ਜੁਲਾਈ ਦੀ ਡੈਡਲਾਈਨ ਦਿੱਤੀ ਸੀ। ਇਹਨਾਂ ਨੇ ਮੈਨੂੰ 11 ਨੂੰ ਪਾਈ। ਮੇਰੇ ਲਾਇਰ ਨੇ ਇਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਦੱਸੋ ਕਿੱਥੋਂ ਡਿਲੀਟ ਕਰੋਗੇ, ਕਿਸ ਤਰ੍ਹਾਂ ਕਰੋਗੇ, ਕਿਸ ਤਰ੍ਹਾਂ ਵਰਕਆਊਟ ਹੈ। My lawyer was trying to talk with their lawyer, and their lawyer tell कि we will be, उन्होंने time दिता कि we are going to talk on 16th or 15th, whenever the 2 times है, मैंने dates नहीं, 16th, 17th, 18th शायद, I don't know, I will give you the copies of the lawyer मेरे ਨਾਲ communication नहीं हो रही सी, मेरे lawyers ਦੀ communication, even ਜਿਹੜੀਆਂ ਪਹਿਲਾਂ communication ਹੋਈ lawyer to lawyer ਹੋ ਰਹੀ ਸੀ। ਕੁਝ ਮੈਂ ਵਿੱਚ emails ਲਿਖਦਾ ਸੀ। ਮੈਂ ਇਹਨਾਂ ਦੇ ਆਫਿਸ ਵੀ ਗਿਆ, I told that I'm going to do। ਬਾਅਦ ਚ ਇਹਨਾਂ ਨੇ ਮੈਨੂੰ ਮਿਲਣਾ ਬੰਦ ਕਰਤਾ। ਇਹਨਾਂ ਨੇ ਕਿਹਾ ਕਿ ਤੁਸੀਂ ਡਰਾਈਵਰਸ ਨੂੰ ਮਿਲੋ। ਮੈਂ ਇਹਨਾਂ ਨਾਲ ਰੂਡ ਨਹੀਂ ਸੀ, ਮੈਂ ਕਦੀ ਕਿਸੇ ਡਰਾਈਵਰ ਨੂੰ ਫੋਨ ਕਰਕੇ ਨਹੀਂ ਕਿਹਾ। ਮੈਂ ਸਿਰਫ ਇਹਨਾਂ ਨੂੰ ਇਹੀ ਪਲੇਜ ਕਰ ਰਿਹਾ ਸੀ, ਯਾਰ ਮੈਂ ਤੁਹਾਨੂੰ ਪੇਮੈਂਟ ਦੇ ਰਿਹਾ, ਤੁਸੀਂ ਪਲੀਜ਼ ਇਸ ਤਰ੍ਹਾਂ ਨਾ ਕਰੋ। ਇਹਨਾਂ ਨੇ ਕਿਹਾ ਜੀ ਤੁਸੀਂ ਨਹੀਂ ਮਿਲ ਸਕਦੇ, ਚਲੋ ਮੈਂ ਮਿਲਣਾ ਬੰਦ ਕਰਤਾ। ਇਹਨਾਂ ਦੇ ਲਾਇਰ ਆ ਕੇ ਗੱਲ ਹੀ ਨਹੀਂ ਕੀਤੀ, ਨਾ 17th ਨੂੰ, 18th ਨੂੰ, ਨਾ 19th ਨੂੰ। ਫਿਰ ਮੈਂ ਆਪਣੇ ਲਾਇਰ ਨਾਲ ਡਿਸਕਸ ਕੀਤਾ। ਉਹ ਕਹਿੰਦਾ ਯਾਰ ਜਦੋਂ ਤੱਕ ਇਹ ਗੱਲ ਨਹੀਂ ਕਰ ਰਹੇ, ਦਿਸ ਇਜ਼ ਵੇਸਟ ਆਫ ਗਿਵ ਮਨੀ। ਆਈ ਸੈਡ ਆਈ ਹੈਵ ਟੂ ਗਿਵ them money, let me give। 21 ਨੂੰ 11:30 ਤੋਂ 12 ਵਜੇ ਦੇ ਵਿਚਕਾਰ, ਮੇਬੀ 1 ਵਜੇ ਦੇ ਵਿਚਕਾਰ, ਮੈਂ ਸਾਰਿਆਂ ਨੂੰ EFTs ਪਾ ਕੇ ਆਪਣੇ ਇਹਨਾਂ ਨੂੰ ਪ੍ਰੂਫ ਆਫ ਪੇਮੈਂਟਸ ਭੇਜਤਾ, ਈਮੇਲਸ ਭੇਜਤੀਆਂ ਸਾਰਿਆਂ ਡਰਾਈਵਰਸ ਨੂੰ, ਇਹਨਾਂ ਦੇ ਲਾਇਰ ਨੂੰ। 21 ਜੁਲਾਈ ਨੂੰ 21 ਜੁਲਾਈ ਨੂੰ ਤੁਸੀਂ 50% ਪੇਮੈਂਟ ਜਿਹੜੀ ਹੈ ਸਾਰੇ ਜਿਹੜੇ ਡਰਾਈਵਰਸ ਹੈ B ਦੇ B, ਇਹਨਾਂ ਨੂੰ 50% ਪੇਮੈਂਟ ਦੇ ਦਿੱਤੀ ਹੈ। ਹਾਂ, $78,020.61। ਠੀਕ ਹੈ। ਆ ਸਾਡੇ ਕੋਲ ਆ ਲਿਸਟ ਹੈ ਜਿਹੜੀ 78,000 50% ਪੇਮੈਂਟ ਬਣਦੀ ਹੈ, ਉਹ ਸਾਰੀ ਐਜ਼ ਅ EMPLOYER ਇਹਨਾਂ ਨੇ EMPLOYEES ਨੂੰ ਦੇ ਦਿੱਤੀ ਹੈ। 21 ਤਰੀਕ
21 ਤਰੀਕ ਨੂੰ। ਲੇਕਿਨ ਜਦ ਟਾਊਨ ਹਾਲ ਹੁੰਦੀ ਹੈ 22 ਜੁਲਾਈ ਨੂੰ, ਟਾਊਨ ਹਾਲ ਜਿਹੜੇ ਟਰੱਕਰਸ ਕਰਦੇ ਡਰਾਈਵਰਸ, ਉੱਥੇ ਕਿਸੇ ਨੇ ਆ ਮੈਂਸ਼ਨ ਨਹੀਂ ਕੀਤਾ ਕਿ ਅਸੀਂ ਆ ਜਿਹੜੀ ਪੇਮੈਂਟ ਹੈ 50% ਸਾਨੂੰ ਮਿਲ ਗਈ ਹੈ। ਸੋ ਹੁਣ 50% ਬਾਕੀ ਜਿਹੜੀ ਬਚੀ ਹੈ ਉਹ 50% ਮੇਰੇ ਇਹਨਾਂ ਦੇ ਲਾਇਰ ਨਾਲ ਗੱਲ ਹੋਈ ਹੈ ਕਿ ਅਸੀਂ ਇਸ ਤਰ੍ਹਾਂ ਕਰਕੇ ਦੇਣੀ ਹੈ। ਉਹ ਕਮਿਊਨੀਕੇਟ ਹੀ ਨਹੀਂ ਕਰਦੇ ਔਰ ਨਾ ਸਟਾਪ ਕਰਦੇ ਪਏ। ਐਂਡ ਆਈ ਐਮ ਰੈਡੀ ਟੂ ਗਿਵ, ਮੇਰੇ ਕੋ ਆ ਕੇ ਲੈ ਜਾਓ, ਬਟ ਸਟਾਪ ਦਿਸ ਥਿੰਗਸ। ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ? ਔਰ ਦੂਜੀ ਗੱਲ ਹੈਗੀ ਹੈ ਕਿ ਇਹਨਾਂ 'ਚ ਜਿਹੜੇ ਵੀ ਬੱਚੇ ਆਏ ਆ, ਮੈਂ ਕਦੀ ਵੀ ਇਹਨਾਂ ਨੂੰ ਇਹ ਜਿਵੇਂ ਉਹਨਾਂ ਦੇ ਆਗੂ ਕਹਿੰਦੇ ਸੀ ਨਾ ਕਿ ਅਸੀਂ ਪੈਸੇ ਨਹੀਂ ਦੇਣੇ, ਜੋ ਕਰਨਾ ਕਰ ਲਓ, ਇਸ ਤਰ੍ਹਾਂ ਦਾ ਮੈਂ ਕਦੀ ਕਿਹਾ ਹੀ ਨਹੀਂ। ਮੇਰੇ ਲਾਇਰਸ ਪਹਿਲੇ ਦਿਨ ਤੋਂ ਕਹਿ ਰਹੇ ਯੈਸ ਵੀ ਹੈਵ ਟੂ ਪੇ। ਸੋ ਵੇਜ ਥੈਫਟ ਦੀ ਜਿਹੜੀ ਐਲੀਗੇਸ਼ਨ ਲਾਈ ਜਾਂਦੀ ਹੈ ਇੱਥੇ, ਤੁਸੀਂ ਕਹਿੰਦੇ ਹੋ ਮੈਂ ਪੇਮੈਂਟ ਦੇਣੀ ਹੈ ਐਜ਼ ਏਮਪਲੋਇਰ, ਅਗਲੇ ਕਹਿੰਦੇ ਸਾਡੇ ਤਨਖਾਹਾਂ ਮਾਰ ਲੀਆਂ, ਵੇਜ ਥੈਫਟ ਹੋ ਗਈ। ਸੋ ਵੇਜ ਥੈਫਟ ਦਾ ਵਰਡ ਐਡਜਸਟ ਹੁੰਦਾ ਕਿ ਵੇਜਸ ਡਿਲੇਸ ਆਰ ਨਾਟ ਵੇਜਸ ਥੈਫਟ। ਕੀ ਕਹਿਣਾ ਤੁਹਾਡਾ? ਮੈਂ ਇਹ ਕਹਿੰਦਾ ਕਿ ਵੇਜ ਥੈਫਟ ਕਿੱਥੇ ਹੈ? ਵੇਜ ਥੈਫਟ ਤਾਂ ਹੁੰਦੀ ਕਿ ਜੇ ਬੰਦਾ ਕਹੇ ਮੈਂ ਤੁਹਾਡੇ ਪੈਸੇ ਨਹੀਂ ਦੇਣੇ, ਜੋ ਕਰਨਾ ਕਰ ਲਓ। ਮੈਂ ਤਾਂ ਆ ਗੱਲ ਕਹੀ ਨਹੀਂ। ਮੈਂ ਤਾਂ ਇਹਨਾਂ ਦੀ ਅਗਰ 24 ਤਰੀਕ ਨੂੰ ਮਈ ਨੂੰ ਈਮੇਲ ਆਈ ਹੈ, 25 ਨੂੰ ਕਹਿਤਾ ਯੈਸ ਵੀ ਹੈਵ ਟੂ ਪੇ, ਐਂਡ 30 ਮਈ ਨੂੰ ਕਹਿਤਾ ਦਿਸ ਇਜ਼ ਦਾ ਪਲਾਨ, ਐਂਡ ਆਈ ਪੇਡ ਔਨ 7th। ਪਹਿਲੀ ਇੰਸਟਾਲਮੈਂਟ ਮੈਂ 7th ਨੂੰ ਦਿੱਤੀ ਹੈ। ਸੋ ਪਹਿਲੀ ਇੰਸਟਾਲਮੈਂਟ ਇਹਨਾਂ ਨੇ 7 ਜੁਲਾਈ ਨੂੰ ਦਿੱਤੀ ਹੈ, ਦੂਜੀ ਇੰਸਟਾਲਮੈਂਟ 21 ਜੁਲਾਈ ਨੂੰ ਦਿੱਤੀ, ਐਜ਼ ਪਰ ਦਾ ਪੇਪਰਸ, ਐਜ਼ ਪਰ ਦਾ ਕਮਿਊਨੀਕੇਸ਼ਨ ਆਫ ਦਾ ਲਾਇਰ ਜਿਹੜੇ ਸਾਨੂੰ ਦਿੱਤੇ ਗਏ। ਈਵਨ ਮੇਰੇ ਕੋਲ ਬੈਂਕ ਦੇ ਪ੍ਰੂਫ ਹੈ, ਮੈਂ ਇਹਨਾਂ ਦੇ ਲਾਇਰ ਨੂੰ ਵੀ ਭੇਜਿਆ, ਹਰ ਇੱਕ ਬੰਦੇ ਕੋ ਉਹਨਾਂ ਦੇ ਅਕਾਊਂਟ 'ਚ ਗਈ ਹੈ ਪੇਮੈਂਟ। ਮੈਂ ਇਹਨਾਂ ਨੂੰ 21 ਨੂੰ ਵੀ ਭੇਜਿਆ। 7th ਨੂੰ ਦਿੰਨਾ, 8th ਨੂੰ ਐਜੀਟੇਸ਼ਨ ਕਰ ਦਿੰਦੇ, 11th ਨੂੰ ਦਿੰਨਾ ਤਾਂ ਮੇਰੇ ਨਾਲ ਕਮਿਊਨੀਕੇਟ ਨਹੀਂ ਕਰਦੇ, ਉਸ ਤੋਂ ਬਾਅਦ 21 ਨੂੰ ਦਿੰਨਾ, ਫਿਰ 22 ਨੂੰ ਐਜੀਟੇਸ਼ਨ ਕਰ ਦਿੰਦੇ ਹੈਗੇ। ਮੈਂ ਕਦੋਂ ਇਹਨਾਂ ਦੀ ਪੇਮੈਂਟਸ ਨਹੀਂ ਦੇ ਰਿਹਾ, ਜਾਂ ਮੈਂ ਕਦੋਂ ਇਹਨਾਂ ਨੂੰ ਰੂਡ ਬੋਲਿਆ ਹੋਵੇ, ਜਾਂ ਮੈਂ ਕਦੋਂ ਇਹਨਾਂ ਨੂੰ ਕਿਹਾ ਹੋਵੇ ਕਿ ਮੈਂ ਨਹੀਂ ਤੁਹਾਨੂੰ ਪੈਸੇ ਦੇ ਰਿਹਾ ਹਾਂ। ਹਰਦੇਵ ਜੀ, ਜਿਹੜੇ 20 ਡਰਾਈਵਰਸ ਹੈ, ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੀ ਕੰਪਨੀ ਨਾਲ ਡਰਾਈਵਿੰਗ ਕਰਦੇ? ਇਹਦੇ 'ਚ ਨਾ ਡਿਫਰੈਂਟ ਹੈ, ਮੈਂ ਜ਼ਿਆਦਾ ਨਹੀਂ ਪਤਾ, ਕੁਝ 4 ਮਹੀਨਿਆਂ ਤੋਂ, ਕੁਝ 6 ਮਹੀਨਿਆਂ ਤੋਂ, ਕੁਝ ਇੱਕ ਅੱਧਾ ਹੋਏਗਾ 6 ਮਹੀਨੇ ਤੋਂ ਬਾਅਦ, ਬਟ ਆਈ ਐਮ ਨਾਟ ਸ਼ੋਰ। ਇੱਕ ਤੁਹਾਨੂੰ ਹੋਰ ਗੱਲ ਦੱਸਦਾ, ਮੇਰੇ ਕੋਲ ਫਲੀਟ ਇੰਸ਼ੋਰੈਂਸ ਹੈਗੀ, ਮੈਂ ਮੈਕਸਿਮਮ ਨਵੇਂ ਡਰਾਈਵਰਸ ਹਾਇਰ ਕਰਕੇ ਟ੍ਰੇਨਡ ਕਰਦਾ। ਇਹਨਾਂ 'ਚੋਂ ਸਿਰਫ 6 ਡਰਾਈਵਰ 20 'ਚੋਂ 6 ਡਰਾਈਵਰ ਐਕਸਪੀਰੀਅੰਸ ਸੀ, 14 ਕੋਲ ਕੋਈ ਐਕਸਪੀਰੀਅੰਸ ਨਹੀਂ ਸੀ। ਫਰੈਸ਼ ਡਰਾਈਵਰ ਸੀ, ਔਰ ਇਹਨਾਂ ਨੇ ਮੇਰਾ ਨੁਕਸਾਨ ਵੀ ਕੀਤਾ। ਮੇਰੇ ਕੋਲ ਪ੍ਰੂਫ ਹੈ, ਮੈਂ ਤੁਹਾਨੂੰ ਦੇ ਦਾਂਗਾ, ਤੁਸੀਂ ਦਿਖਾ। ਕਾਹਦਾ ਨੁਕਸਾਨ ਕੀਤਾ ਤੁਹਾਨੂੰ? ਐਕਸੀਡੈਂਟਸ ਕੀਤੇ ਹੈਗੇ। ਤੇ ਐਕਸੀਡੈਂਟ ਦੀ ਲਾਇਬਿਲਿਟੀ ਕੰਪਨੀ ਦੀ ਹੁੰਦੀ ਹੈ ਕਿ EMPLOYE ਦੀ ਹੁੰਦੀ ਹੈ? ਦੇਖੋ, EMPLOYE ਦੀ ਨਹੀਂ ਹੁੰਦੀ, ਲੇਕਿਨ ਕੁਝ ਬੰਦੇ ਇਹ ਵੀ ਕਹਿ ਸਕਦੇ ਆ, ਮੈਂ ਕਹਿ ਸਕਦਾ ਕਿ ਤੂੰ ਐਕਸੀਡੈਂਟ ਦੇ ਪੈਸੇ ਦਿਓ। ਇਹਨਾਂ ਦਾ ਫਾਲਟ ਵੀ ਹੈ ਜਾਂ ਹੁੰਦਾ ਵੀ ਹੈ, ਕਈ ਵਾਰ ਨਹੀਂ ਵੀ ਹੁੰਦਾ। ਆਈ ਵਾਂਟ ਟੂ ਬੀ ਓਨੈਸਟ। ਅਸੀਂ ਇਹਨਾਂ ਦੇ ਕੋਈ ਇਹ ਨਹੀਂ ਕਿਹਾ, ਕਦੀ ਨਹੀਂ ਇਹ ਕਿਹਾ ਕਿ ਤੁਸੀਂ ਆ ਐਕਸੀਡੈਂਟ ਕੀਤਾ, ਅਸੀਂ ਤੁਹਾਡੇ ਪੈਸੇ ਕੱਟਾਂਗੇ। I never said that. ਐਕਸੀਡੈਂਟ ਦੇ ਤੁਹਾਡੇ ਕੋਲ ਕੁਝ ਇਮੇजेस ਹੈਗੀਆਂ? ਇਮੇजेस ਹੈ ਨਾ, ਰਿਪੋਰਟਸ ਹੈ, ਮੈਂ ਤੁਹਾਨੂੰ ਦੇ ਦਿੰਦਾ। ਠੀਕ ਹੈ। ਇਹਨਾਂ 'ਚ ਇੱਕ ਡਰਾਈਵਰ, ਉਹਨੇ 2 ਵਾਰ ਜੈਕ ਨਾਈਫ ਕੀਤਾ। ਓਕੇ। ਇਹਨਾਂ 'ਚ ਇੱਕ ਬਹੁਤ ਐਕਸਪੀਰੀਅੰਸ ਡਰਾਈਵਰ, ਮੈਂ ਬੋਲਣਾ ਨਹੀਂ ਚਾਹੁੰਦਾ, ਜਿਹੜੇ ਸਾਹਿਬ ਬਹੁਤ ਆ ਕੇ ਅੱਗੇ ਬੋਲਦੇ ਆ, ਉਹਨਾਂ ਦਾ ਆਪਣਾ ਐਕਸੀਡੈਂਟ ਹੋਇਆ ਹੈ। ਅੱਛਾ, ਤੁਸੀਂ ਐਜ਼ ਅ ਕੰਪਨੀ ਉਹਨਾਂ ਤੋਂ ਕੋਈ ਪੈਨਲਟੀ ਨਹੀਂ ਲਿੱਤੀ ਔਰ ਨਾ ਹੀ ਕਦੀ ਕਿਹਾ। ਜਦੋਂ ਇਹਨਾਂ ਨੇ ਈਵਨ ਭੇਜਿਆ, ਮੈਂ ਕਦੀ ਨਹੀਂ ਕਿਹਾ ਕਿ ਮੈਂ ਤੁਹਾਡੇ ਐਕਸੀਡੈਂਟਸ ਦੇ ਪੈਸੇ ਕੱਟਣੇ। ਉਹ ਬੰਦਾ ਵੀ ਨਹੀਂ ਹੈ, ਟੂ ਬੀ ਓਨੈਸਟ ਵਿਦ ਯੂ, ਬੰਦਾ ਵੀ ਨਹੀਂ ਹੈ। ਮੈਂ ਕਿਉਂ ਉਹਨਾਂ ਬੱਚਿਆਂ ਨੂੰ ਕਵਾਂਗਾ? ਔਰ ਮੈਂ ਕਦੋਂ ਕਿਹਾ ਕਿ ਮੈਂ ਪੈਸੇ ਨਹੀਂ ਦੇਣੇ? ਲੇਕਿਨ ਹਰਦੇਵ ਜੀ, ਇਹ ਵੀ ਗੱਲ ਹੈ ਕਿ ਨਵੇਂ ਬੱਚੇ ਹੈ, 24 ਸਾਲ ਦੇ ਡਰਾਈਵਰਸ ਹੈ, ਫਸਟ ਉਹਨਾਂ ਦਾ ਐਕਸਪੀਰੀਅੰਸ ਹੈ, ਲੇਕਿਨ ਉਹ ਇੱਥੇ ਇਨਫਲੇਸ਼ਨ ਇੰਨੀ ਜ਼ਿਆਦਾ, ਇਨਫਲੇਸ਼ਨ ਕਰਕੇ ਤੁਹਾਡੀ ਫਲੀਟ 45 ਗੱਡੀਆਂ ਦੀ ਔਨ ਗਰਾਊਂਡ ਹੋ ਗਈ। ਤੁਹਾਡਾ ਮੌਰਗੇਜ ਦਾ ਖਰਚਾ ਜਾ ਰਿਹਾ, ਯਾਰਡ ਦਾ ਖਰਚਾ ਜਾ ਰਿਹਾ, ਗੱਡੀਆਂ 45 ਖੜੀਆਂ ਹੋ ਗਈਆਂ ਰਿਸੈਸ਼ਨ ਕਰਕੇ, ਇਨਫਲੇਸ਼ਨ ਕਰਕੇ। ਆਹ ਬੱਚਿਆਂ ਦੀ ਜਿਹੜੀ ਡਿਲੇ ਸੀਗੀ, ਸੋ ਇਹਨਾਂ ਨੇ ਆਪਣਾ ਰੋਜੀ ਰੋਟੀ ਜਾਂ ਘਰ ਕਿੱਦਾਂ ਚਲਾਉਣਾ, ਉਹਦਾ ਵੀ ਕੀ ਤੁਸੀਂ ਕਹਿਣਾ ਉਹਦੇ ਤੇ? ਮੈਂ ਇਹ ਬੱਚਿਆਂ ਨੂੰ ਕਿਹਾ, ਸਾਰਿਆਂ ਨੂੰ ਕਿਹਾ ਸੀ ਕਿ ਜਸਟ ਗਿਵ ਮੀ ਸਮ ਵੀਕਸ ਐਂਡ ਵੀ ਆਰ ਸਟਾਰਟਿੰਗ ਦ ਵਰਕ ਬੈਕ ਐਂਡ ਕਮ, ਲੈਟ ਅਸ ਡੂ ਦ ਵਰਕ, ਆਈ ਕੈਨ ਡੂ ਦ ਸਰਵਾਈਵ। ਹੁਣ ਜਦੋਂ ਇਹ ਬੱਚੇ ਕੰਮ ਤੇ ਆਣਾ, ਔਰ ਹੁੰਦਾ ਕੀ ਸੀ ਕਿ ਜਦੋਂ ਇਹ ਬੱਚੇ ਸਾਰਿਆਂ ਨੂੰ ਲੱਗਦਾ ਸੀ ਕਿ ਇਹ ਪੈਸੇ ਨਹੀਂ ਦੇ ਰਹੇ, ਵੇਜਸ ਡਿਲੇ ਹੋ ਰਹੀ, ਇਹ ਕੀ ਕਰਦੇ ਸੀ ਕਿ ਜਿਵੇਂ ਅਸੀਂ ਸਾਨੂੰ ਕਹਿੰਦੇ ਸੀ ਆਈ ਵਿਲ ਕਮ, ਅਸੀਂ ਲੋਡ ਪਿਕ ਕਰ ਲੈਂਦੇ ਸੀ, ਫਿਰ ਉਸ ਤੋਂ ਬਾਅਦ ਸ਼ੋ ਆਫ ਨਹੀਂ ਕਰਦੇ। ਆਈ ਐਮ ਨਾਟ ਟਾਕਿੰਗ ਅਬਾਊਟ ਦਿਸ 20, ਦਿਸ ਇਜ਼ ਦ ਕਾਮਨ ਥਿੰਗ ਹੈਪਨਿੰਗ ਇਨ ਇੰਡਸਟਰੀ। ਦੇ ਡੋਂਟ ਟੈਲ देयर ਸਾਈਡ, ਅਸੀਂ ਲੋਡ ਪਿਕ ਕਰ ਲਾਂਗੇ, ਅਸੀਂ ਕੁਝ ਕਰ ਲਾਂਗੇ, ਫਿਰ ਅੱਧੇ ਰਾਹ 'ਚ ਜਾ ਕੇ ਰੋਕ ਦਾਂਗੇ। ਓਕੇ। ਆ ਜਿਹੜੇ ਡਰਾਈਵਰ ਬਹੁਤ ਬੋਲਦੇ, ਇਹਨਾਂ ਨੇ ਵੀ US ਜਾ ਕੇ ਇਸ ਤਰ੍ਹਾਂ ਕੀਤਾ, ਅਸੀਂ ਟ੍ਰੇਲਰ ਵਾਪਸ ਨਹੀਂ ਲੈ ਕੇ ਆ ਰਹੇ, ਸਾਨੂੰ ਪੈਸੇ ਦਿਓ, ਹੁਣੇ ਦਿਓ। ਅੱਛਾ। ਸੌਰਟ ਆਫ ਬਲੈਕਮੇਲਿੰਗ। ਆ ਜਿਹੜਾ ਇਹਨਾਂ 'ਚ ਇੱਕ ਡਰਾਈਵਰ ਜਿਹੜੇ ਬਹੁਤ ਬੋਲਦੇ, ਉਹਨਾਂ ਨੇ US ਗੱਡੀ ਰੋਕ ਲਈ, ਟਰੱਕ ਸਟਾਪ, ਕਿ ਸਾਡੇ ਪੈਸੇ ਦਿਓ, ਨਹੀਂ ਤਾਂ ਅਸੀਂ ਇੱਥੇ ਹੀ ਛੱਡ ਦਾਂਗੇ। ਔਰ ਉਹ ਟ੍ਰੇਲਰ 'ਚ ਮੋਰ ਦੈਨ 100K ਦਾ ਗੁੱਡ ਸੀ, ਰੈਫ੍ਰਿਜਰੇਟਡ ਗੁੱਡ ਸੀ, ਟਾਈਮ ਬਾਉਂਡ ਗੁੱਡ। ਕੀ ਤੁਸੀਂ ਇਦਾਂ ਦਾ ਐਗਰੀਮੈਂਟ ਨਹੀਂ ਸਾਈਨ ਕਰਾਉਂਦੇ ਕਿ ਤੁਸੀਂ ਅਗਰ ਟਰੱਕ ਇਦਾਂ ਛੱਡਦੇ ਤੁਹਾਡੇ ਤੇ ਪੈਨਲਟੀ ਲੱਗੂਗੀ? ਜਾਂ ਸਰ ਸਾਰੇ ਐਗਰੀਮੈਂਟ ਸਾਈਨ ਹੈ, ਇਹਨਾਂ ਕੋਲ ਇਹ ਵੀ ਐਗਰੀਮੈਂਟ ਹੈ, ਅਗਰ ਕੁਝ ਇਹਨਾਂ ਦਾ ਕੁਝ ਪ੍ਰੋਬਲਮ ਹੁੰਦੀ, ਦੇ ਸ਼ੁੱਡ ਗੋ ਟੂ ਦ ਕੋਰਟ ਆਫ ਲਾਅ। ਮੈਂ ਇਹਨਾਂ ਨੂੰ ਕਿਹਾ ਤੁਸੀਂ ਅਗਰ ਕੋਈ ਮੈਂ ਗਲਤ ਹੈ, ਗੋ ਟੂ ਦ ਲੇਬਰ ਕੋਰਟ। ਔਰ ਇਹ ਜਿਹੜੇ ਇਹਨਾਂ ਦੇ ਆਗੂ ਕਹਿੰਦੇ ਹੈਗੇ ਆ ਕਿ ਇਹ ਲੇਬਰ ਕੋਰਟ 'ਚ, ਇਹਨਾਂ 'ਚ ਕੋਈ ਲੇਬਰ ਕੋਰਟ 'ਚ ਨਹੀਂ ਗਿਆ, ਨਾ ਹੀ ਮੈਨੂੰ ਕੋਈ ਲੇਬਰ ਕੋਰਟ ਦਾ ਨੋਟਿਸ ਆਇਆ। ਮੈਂ ਤਾਂ ਖੁਦ ਇਹਨਾਂ ਨਾਲ ਗੱਲ ਕਰਕੇ ਇੱਕ ਸਰਪ੍ਰਾਈਜ਼ਿੰਗ ਗੱਲ ਹੈ ਕਿ ਇੰਨੇ ਸਾਰੇ ਪ੍ਰੋਟੈਸਟ ਚੱਲ ਰਹੇ ਸੜਕਾਂ ਤੇ, ਬੈਨਰਸ ਲਾ ਕੇ, ਤੁਹਾਡੀ
ਪਿਕਚਰਾਂ ਵੀ ਲਾਈਆਂ ਗਈਆਂ, ਸੜਕਾਂ ਤੇ ਵੀ ਕੱਢੇ ਗਏ ਹੈ, ਔਰ ਆ 20 ਦੀ ਲਿਸਟ ਸਾਡੇ ਕੋਲ ਹੈ। ਤੁਸੀਂ ਕਹਿੰਦੇ ਹੋ ਇਹਨਾਂ ਚੋਂ ਕੋਈ ਵੀ ਲੇਬਰ ਕੋਡ, ਜਿਹਨੇ ਕਿ ਇੱਕ EMPLOYEE ਔਰ EMPLOYER ਦੇ ਲਈ ਲੇਬਰ ਕੋਡ ਬਣਿਆ, ਲੇਬਰ ਮਿਨਿਸਟਰ ਹੈ ਇੱਥੇ, ਸੋ ਕੋਈ ਵੀ ਲੇਬਰ ਕੋਡ ਚ ਨਹੀਂ ਗਿਆ? ਹਾਂ, ਕੋਈ ਵੀ ਲੇਬਰ ਕੋਡ ਚ ਨਹੀਂ ਗਿਆ, ਨਾ ਹੀ ਮੈਂ ਕਿਸੇ ਨੂੰ ਕਿਹਾ ਮੈਂ ਤੁਹਾਡੇ ਪੈਸੇ ਨਹੀਂ ਦੇਣੇ। ਓਕੇ। ਔਰ ਦੂਜੇ EMPLOYEES ਹੈਗੇ ਜਿਹੜੇ 1-2 ਲੇਬਰ ਕੋਡ ਗਏ, ਲੇਕਿਨ ਇਹਨਾਂ ਚ ਕੋਈ ਵੀ ਲੇਬਰ ਕੋਡ ਚ ਨਹੀਂ ਗਿਆ। ਕਿਸੇ ਨੂੰ ਲੇਬਰ ਕੋਡ ਦਾ ਆਰਡਰ ਨਹੀਂ ਆਇਆ, ਨਾ ਮੇਰੇ ਕੋਲ ਆਇਆ ਨਾ ਇਹਨਾਂ ਕੋਲ ਆਇਆ। ਮੈਂ ਤਾਂ ਇਹਨਾਂ ਨੂੰ ਬਿਨਾਂ ਲੇਬਰ ਕੋਡ, ਉੱਥੇ ਜਿਹੜਾ ਕਿਹਾ ਜਾਂਦਾ ਕਿ ਉਹ ਲੇਬਰ ਕੋਡ ਤੋਂ ਜਾਂਦੇ ਆ, ਫਿਰ ਲੇਬਰ ਕੋਡ ਚ ਦਿਖਾਉਂਦੇ ਆ, ਉਹ ਕਹਿੰਦੇ ਅਸੀਂ ਨਹੀਂ ਦੇਣਾ, ਜੋ ਕਰ ਲਓ, ਸਭ ਮੇਰੇ ਵੱਲੋਂ ਨਹੀਂ ਹੋਇਆ। ਓਕੇ, ਮਤਲਬ ਤੁਹਾਡੀ ਕੰਪਨੀ ਦਾ ਕੋਈ ਵੀ ਇਹਦੇ ਚੋਂ, ਇਹਨਾਂ ਚੋਂ ਜਿਹੜੇ 20 ਦੀ ਲਿਸਟ ਹੈ, ਲੇਬਰ ਕੋਡ ਨਹੀਂ ਗਿਆ? ਠੀਕ ਹੈ। ਅਗਰ ਗਿਆ ਵੀ ਹੋਏਗਾ ਮੈਨੂੰ ਨਹੀਂ ਪਤਾ, ਨਾ ਹੀ ਮੈਨੂੰ ਕੋਈ ਲੇਬਰ ਦੀ ਮੇਰੇ ਕੋਲ ਕੋਈ ਲੇਬਰ ਕੋਡ ਦੀ ਕੋਈ ਇੰਸਟਰਕਸ਼ਨ ਕੋਈ ਆਈ ਨਹੀਂ ਕਿ ਮੈਂ ਬਿਨਾਂ ਲੇਬਰ ਕੋਡ ਤੋਂ ਹੀ ਪੈਸੇ ਦੇ ਰਿਹਾ। ਮੇਰੇ ਹਿਸਾਬ ਨਾਲ ਕੋਈ ਨਹੀਂ ਗਿਆ, ਨਾ ਹੀ ਮੈਨੂੰ ਕੋਈ ਇਨਫੋਰਮੇਸ਼ਨ ਆਈ ਹੈ, ਨਾ ਹੀ ਇਹਨਾਂ ਨੇ ਕਿਹਾ ਹੈ। ਠੀਕ ਹੈ। ਸੋ ਜਿਹੜੀ ਏਜੰਸੀਜ਼ ਇਹਨਾਂ ਨੂੰ, ਜਿਹੜੇ ਬੱਚਿਆਂ ਨੂੰ ਸਪੋਰਟ ਕਰ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਹੈ ਕਿ ਉਹਨਾਂ ਦਾ ਕਿੱਦਾਂ ਰੋਲ ਤੁਸੀਂ ਦੇਖਦੇ ਹੋ? ਮੈਂ ਉਹਨਾਂ ਦੇ ਬਾਰੇ ਨਾ ਕੋਈ ਜ਼ਿਆਦਾ ਕਮੈਂਟ ਕਰਨਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਕਿ ਡਿਊ ਟੂ ਦ ਕੋਰਟ ਆਪੇ ਫੈਸਲਾ ਲਏਗੀ। ਮੈਂ ਤਾਂ ਸਿਰਫ ਆਪਣਾ ਪੱਖ ਰੱਖਣ ਆਇਆ। ਠੀਕ ਹੈ। ਮੈਨੂੰ ਉਹਨਾਂ ਏਜੰਸੀ ਦਾ ਪਾਰਟਿਕੂਲਰ ਨਹੀਂ, ਆਈ ਐਮ ਨਾਟ ਟੇਕਿੰਗ ਅ ਨੇਮ ਆਫ ਐਨੀ ਏਜੰਸੀਜ਼, ਬਟ ਮੈਨੂੰ ਇੰਝ ਲੱਗਦਾ ਹੈ ਕਿਉਂਕਿ ਈਜ਼ੀ ਟਾਰਗੇਟਡ ਕਮਿਊਨਿਟੀ ਹੈ ਟਰੱਕਿੰਗ ਦੀ। ਇੱਥੇ 4-5 ਗਰੁੱਪਸ ਇਸ ਤਰ੍ਹਾਂ ਦੇ ਬਣ ਗਏ ਹੈ। ਉਹਨਾਂ ਦਾ ਹੁੰਦਾ ਕਿ ਆਪਾਂ ਬੱਚਿਆਂ ਨੂੰ ਜ਼ਿਆਦਾ ਆਪਣੇ ਵੱਲ ਖਿੱਚੀਏ, ਇਹਨਾਂ ਨੂੰ ਉਹ ਆਪ ਪਿੱਛੇ ਰਹਿੰਦੇ ਹੈਗੇ, ਉਹ ਆਪ ਪਿੱਛੇ ਰਹਿੰਦੇ, ਆਪ ਅੱਗੇ ਨਹੀਂ ਆਉਂਦੇ। ਭੋਲੇ ਭਾਲੇ ਬੱਚੇ ਜਿਹੜੇ ਵਿਚਾਰੇ ਐਜੂਕੇਸ਼ਨ ਲੈ ਕੇ ਆਏ ਆ, ਜਿਨ੍ਹਾਂ ਨੂੰ ਬਹੁਤ ਰਿਸਪੌਂਸਿਬਿਲਿਟੀ, ਉਹਨਾਂ ਨੂੰ ਅੱਗੇ ਲਾ ਦਿੰਦੇ, ਬੋਲੋ ਇੰਪਲੋਇਰ ਕੁਝ ਨਹੀਂ ਕਰ ਸਕਦਾ। ਮੈਨੂੰ ਪਤਾ ਹੈ ਕਿੰਨਾ ਨੇ ਕਿਹਾ। ਦੇਖੋ ਜਿਹੜੇ ਬੱਚੇ ਪੜ੍ਹ ਵੀ ਰਹੇ ਨਾ, ਉਹਨਾਂ ਨੂੰ ਟੈਕਸਟ ਆਇਆ ਹੋਇਆ, ਉਹ ਇੰਨੇ ਵਿਚਾਰਿਆਂ ਕੋਲ ਇੰਨੀ ਕਮਿਊਨੀਕੇਸ਼ਨ ਲੈਵਲ ਨਹੀਂ ਹੈ, ਉਹਨਾਂ ਨੂੰ ਦੱਸ ਦਿੰਦੇ ਆਪ ਪੜ੍ਹੋ, ਆਪ ਪਿੱਛੇ ਰਹਿੰਦੇ ਹੈ। ਠੀਕ ਹੈ। ਦੇ ਡੋਂਟ ਨੈਵਰ ਕਮ ਆਊਟ। ਔਰ ਫਿਰ ਸਾਨੂੰ ਕਹਿ ਦਿੱਤਾ ਜਾਂਦਾ, ਉਹਨਾਂ ਦਾ ਲਾਇਰ ਤਾਂ ਹੈ ਨਹੀਂ, ਪੈਰਾਲੀਗਲ ਹੈ, ਕਿ ਤੁਸੀਂ ਬੱਚਿਆਂ ਨਾਲ ਕਮਿਊਨੀਕੇਟ ਨਹੀਂ ਕਰਨਾ ਹੈ, ਤੁਸੀਂ ਇਹਨਾਂ ਨੂੰ ਨਹੀਂ ਮਿਲਣਾ, ਉਹਨਾਂ ਨੂੰ ਨਹੀਂ ਮਿਲਣਾ। I'm not talking rude to them. I'm just trying to explain them. Being an employer, to yeah, मेरे employer है. I'm just trying to explain them. Beta, where is wrong? Just be with us. नहीं जी, ਤੁਹਾਡੇ ਆਂਝ ਹੋ ਜਾਣਗੇ, we don't believe you, ਤੁਹਾਡੇ ਚੈੱਕ ਬਾਉਂਸ ਹੋ ਜਾਣਗੇ। I don't know what they are talking, but ਇਸ ਤਰ੍ਹਾਂ ਕਰਕੇ ਇਹਨਾਂ ਨੂੰ ਸਾਡੇ ਤੋਂ ਵੀ ਦੂਰ ਕਰ ਦਿੱਤਾ ਜਾਂਦਾ। ਔਰ ਉਹਨਾਂ ਦੇ ਪਿੱਛੇ I'm not talking, ਮੈਂ ਤੁਹਾਨੂੰ ਫੇਰ ਕਹਿ ਰਿਹਾ, ਮੈਂ ਕਿਸੇ ਪਾਰਟਿਕੂਲਰ ਏਜੰਸੀ ਦੀ, ਇਹਨਾਂ ਦੇ ਪਿੱਛੇ ਮਨਸ਼ਾ ਹੁੰਦੀ ਹੈ ਕਿ ਸਾਡੇ ਡੈਡੀ ਨੂੰ ਅਸੀਂ, ਜਾਂ ਸਾਡੇ ਮੰਮੀ ਨੂੰ ਅਸੀਂ, ਜਾਂ ਅਸੀਂ ਆਪ ਇਲੈਕਸ਼ਨ 'ਚ ਖੜੇ ਹੋਵਾਂਗੇ, ਟਿਕਟਾਂ ਮਿਲਾਂਗੀਆਂ। ਨਾ ਵੀ ਇਸ ਤਰ੍ਹਾਂ ਦਾ ਰੱਖਦੇ, ਲੋਕਾਂ ਨੂੰ ਲੱਗੇ ਕਿ ਇਹ ਗਵਰਨਮੈਂਟ ਕਮਿਊਨਿਟੀ ਸੈਂਟਰ ਹੈ। These are funded by the government. As much as case they show, they get more funds. Okay, government agencies नहीं है ਜਿਹੜੀਆਂ help ਕਰ ਰਹੀਆਂ। ਹਾਂ, they are government funded. These are not government agencies. They are government funded. ਇਹ misperception ਦੱਸਦੇ ਆ। ਜਦੋਂ ਇਹਨਾਂ ਨੇ ਕੋਈ ਵੀਡੀਓ ਬਣਾਣੀ, ਇਹਨਾਂ ਨੇ ਪਿੱਛੇ ਰੱਖ ਦੇਣਾ like that we are standing behind the community labor center, like that and that, but they are not government employees. These agencies are funded by the government. As many as case shows they funded. ਜਿੰਨੇ ਜ਼ਿਆਦਾ ਲੀਡਰਸ ਬੁਲਾਣਗੇ, ਉਹਨਾਂ ਜ਼ਿਆਦਾ ਫੰਡ ਮਿਲਦਾ ਹੈ। ਅਸੀਂ ਪਿਛਲਾ ਜਿਹੜਾ 22 ਜੁਲਾਈ ਨੂੰ ਟਾਊਨ ਹਾਲ ਹੋਇਆ, ਟਰੱਕਰਸ ਡਰਾਈਵਰਸ ਨੇ ਕੀਤਾ, ਜਿਹੜੀ ਲਿਸਟ ਹੈ ਉਹ ਕਾਫੀ ਜਣੇ ਸੀਗੇ, ਉਹਦੇ 'ਚ ਪੋਲੀਟੀਕਲ ਰੰਗ ਵੀ ਦਿੱਤਾ ਗਿਆ ਥੋੜਾ ਜਿਹਾ। ਪੋਲੀਟੀਸ਼ੀਅਨਸ ਵੀ ਆਏ ਸਟੇਜ ਤੇ, ਉਹਨਾਂ ਨੇ ਬੋਲਿਆ ਇੱਕ ਪਾਰਟੀ ਨੇ ਦੂਜੇ ਦੇ ਅਗੇਂਸਟ, ਦੂਜੇ ਨੇ ਦੂਜੇ ਦੇ ਅਗੇਂਸਟ, ਕਿ ਆਹ ਪਾਰਟੀ ਹੈ, ਸਾਡੀ ਪਾਰਟੀ ਆ ਕਰੂਗੀ। ਸੋ ਪੋਲੀਟੀਕਲ ਰੰਗ ਕਿਉਂ ਦਿੱਤਾ ਜਾਂਦਾ, ਜਿੱਥੇ ਕਿ ਸਿੰਪਲ EMPLOYEE ਔਰ EMPLOYER ਦਾ ਰਿਲੇਸ਼ਨ, ਅਗਰ ਉਹ ਰਿਲੇਸ਼ਨ ਸਟਰੋਂਗ ਹੋਏ, ਕਿਉਂਕਿ ਬੜੀ ਵੱਡੀ ਗੱਲ ਹੈ, ਲੇਬਰ ਕੋਡ ਵੀ ਕਹਿੰਦਾ EMPLOYEE EMPLOYER ਦਾ ਰਿਲੇਸ਼ਨ ਸਟਰੋਂਗ ਹੈ, ਵੇਜਸ ਡਿਲੇ ਵੀ ਹੁੰਦੀ ਹੈ, EMPLOYER ਆ ਨਹੀਂ ਕਹਿੰਦਾ ਮੈਂ ਤੁਹਾਡੀ ਵੇਜਸ ਮਾਰ ਲਈ, ਦੇਣੀਆਂ ਨਹੀਂ। ਸੋ ਜਿਹੜਾ ਤੁਸੀਂ ਰੀਜ਼ਨ ਦੱਸਿਆ ਡਿਲੇ ਹੋਣ ਦਾ ਵੇਜਸ, ਉਹ ਤੁਸੀਂ ਦੱਸਿਆ ਇਨਫਲੇਸ਼ਨ, ਮਹਿੰਗਾਈ, ਤੁਹਾਡੀ ਫਲੀਟ ਆਪਣੀ ਖੜੀ ਹੋ ਗਈ ਸੀ 45 ਟਰੱਕਾਂ ਦੀ। ਔਰ ਤੁਹਾਨੂੰ ਇਹ ਮੈਂ ਦੱਸਦਾ ਪੋਲੀਟੀਕਲ ਰੰਗ ਕਿਉਂ ਦਿੱਤਾ ਜਾਂਦਾ। ਈਵਨ ਦਿਸ ਸਮਾਲ ਗਰੁੱਪਸ ਆਰ ਜਿਹੜੇ ਆ, ਤੁਸੀਂ ਕਹਿੰਦੇ ਨਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਜਿਹੜੇ 2-2 ਕਮਰਿਆਂ 'ਚ ਬਣੇ ਹੋਏ ਆ, ਠੀਕ ਹੈ, ਇਹਨਾਂ ਦਾ ਦੇ ਆਰ ਆਲਸੋ ਮੋਟੀਵੇਟਿਡ। ਇਹਨਾਂ ਨੇ ਵੀ ਪੋਲੀਟੀਕਲ ਰੰਗ ਦੇ ਕੇ ਕਿਸੇ ਆਪਣੇ ਆਉਣ ਵਾਲੇ ਪਰਿਵਾਰ ਵਾਲੇ ਬੰਦੇ ਨੂੰ ਪੋਲੀਟੀਕਲ ਪਾਰਟੀ 'ਚ ਟਿਕਟ ਲੈ ਕੇ ਦੇ ਕੇ ਖੜਾ ਕਰਨਾ। ਦੇ ਆਰ ਜਸਟ ਮੇਕਿੰਗ ਲਾਈਕ ਬੈਕ ਹੋਮ। ਇੱਥੇ ਇੰਝ ਲੱਗਦਾ ਬੱਚਿਆਂ ਨੂੰ, ਜਾਂ ਕੁਛ ਅਸੀਂ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ MP MMP ਬੁਲਾ ਲਾਂਗੇ, MLA ਬੁਲਾ ਲਾਂਗੇ, ਤੇ ਅਸੀਂ ਕਾਨੂੰਨ ਤੋੜ ਸਕਦੇ। ਦੇ ਕਾਂਟ ਬ੍ਰੇਕ ਦਾ ਲਾਅ। ਠੀਕ ਹੈ, ਦੇ ਕਾਂਟ ਬ੍ਰੇਕ ਦਾ ਲਾਅ। ਜੋ ਵੀ ਅਗਲਾ ਉਹ ਬੰਦਾ ਕਹਿ ਰਿਹਾ, ਉਹਦੇ ਬਾਰੇ ਮੈਂ ਉੱਥੇ ਦੇਖਿਆ ਕਿ ਵੀ ਆਈ ਐਮ ਵੈਰੀ ਐਂਗਰੀ ਵਿਦ ਦ ਫਾਸਟ ਲੇਨ ਟਰੱਕਰਸ। ਉਹ ਫਾਸਟ ਲੇਨ ਟਰੱਕਰ ਨਾਲ ਤੁਸੀਂ ਐਂਗਰੀ ਕਿਉਂ? ਲਿਸਨ ਟੂ ਫਾਸਟ ਲੇਨ ਟਰੱਕਰਸ ਆਲਸੋ। ਬਿਲਕੁਲ, ਤੁਸੀਂ ਮੇਰੇ ਨਾਲ ਐਂਗਰੀ ਹੋਣ ਦਾ ਅਧਿਕਾਰ ਉਦੋਂ ਹੀ ਰੱਖਦੇ ਜਦੋਂ ਤੁਸੀਂ ਮੇਰੀ ਵੀ ਗੱਲ ਸੁਣੋਗੇ। ਭਾਜੀ ਪਲੀਜ਼ ਮੇਰੀ ਗੱਲ ਵੀ ਸੁਣੋ। ਤੁਸੀਂ ਮੇਰੀ ਗੱਲ ਸੁਣਦੇ ਹੀ ਨਹੀਂ ਪਏ, ਮੇਰੇ ਨਾਲ ਗੁੱਸੇ ਹੋਈ ਜਾ ਰਹੇ ਹੋ। ਵਿਦ ਡਿਊ ਰਿਸਪੈਕਟ। ਬਿਲਕੁਲ, ਕੋਈ ਮੈਨੂੰ ਵੀ ਬੋਲਣ, ਤੁਸੀਂ ਆਏ ਮੇਰੇ ਕੋਲ, ਬਹੁਤ ਅੱਛਾ ਗੱਲ ਹੈ। ਮੈਂ ਕੋਈ ਇਸ ਤਰ੍ਹਾਂ ਨਹੀਂ ਕਿ ਆਪਣਾ ਫੇਸ ਨਹੀਂ ਦਿਖਾ ਰਿਹਾ, ਮੈਂ ਛੁਪਾਉਣਾ ਚਾਹ ਰਿਹਾ। ਆਈ ਐਮ ਰੈਡੀ ਟੂ ਸਪੀਕ ਆਊਟ, ਬਟ ਮੈਂ ਕਿਸੇ ਦੇ ਬਾਰੇ ਵੀ ਕੋਈ ਗੱਲ ਕਰਨਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਕਿ ਕੋਰਟ ਇਸ ਮੈਟਰ ਨੂੰ ਡਿਸਾਈਡ ਕਰੇ, ਔਰ ਕਿਸੇ ਨੂੰ ਵੀ ਕੋਈ ਗਲਤ ਬੋਲਣਾ ਨਹੀਂ ਚਾਹੁੰਦਾ। ਮੇਰੇ ਆਪਣੇ ਹੀ ਸਾਰੇ ਬੱਚੇ, ਲੇਕਿਨ ਮੇਰੀ ਪਲੀਜ਼ ਇਹ ਰਿਕੁਐਸਟ ਹੈ ਕਿ ਅਗਰ ਇੱਕ ਬੰਦਾ ਪੈਸੇ ਦੇ ਰਿਹਾ, ਪਲੀਜ਼
ਉਹਨੂੰ ਨਾ ਤੁਸੀਂ ਇਸ ਤਰ੍ਹਾਂ ਭੰਡ ਕੇ ਉਹਦੀ ਜੋ ਕੁਝ ਹੋਇਆ ਜਿੱਦਾਂ ਫੋਟੋਆਂ ਲਾ ਕੇ ਤੁਹਾਡੀਆਂ ਸੜਕਾਂ ਤੇ ਪ੍ਰੋਟੈਸਟ ਕੀਤੇ ਗਏ, ਫੈਮਿਲੀ ਨੂੰ ਹਰਟ ਹੁੰਦਾ ਹੈ ਬੀਇੰਗ 45 ਕਿਉਂਕਿ ਇੱਥੇ ਬਹੁਤ ਟਰੱਕ ਕੰਪਨੀਆਂ ਹੈ, ਬੜੇ ਰਿਸਪੈਕਟਡ ਟਰੱਕ ਓਨਰਸ ਹੈ, ਬੜੇ ਅੱਛੇ ਫਲੀਟਸ ਹੈ, ਹਰਟ ਹੁੰਦਾ ਕਿ ਇਦਾਂ ਦੀ ਚੀਜ਼ਾਂ ਕਿਉਂ ਕੀਤੀਆਂ ਜਾਂਦੀਆਂ? ਸਰ ਬਹੁਤ ਹਰਟ ਹੁੰਦਾ, ਫੈਮਿਲੀ ਡਿਸਟਰਬ ਹੁੰਦੀ ਹੈ। ਮੈਂ ਜਿੱਦਣ ਇਹ ਲਗਾਇਆ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਬੜੇ ਰਿਸਪੈਕਟਡ ਹੈ ਉਹ ਮੇਰੇ ਵਾਸਤੇ, ਲਾਈਕ ਮਾਈ ਡਾਟਰ। ਮੈਂ ਉਹਨਾਂ ਨੂੰ 4 ਵਾਰ ਟੈਕਸਟ ਕੀਤਾ, ਪਲੀਜ਼ ਮੈਂ ਤੁਹਾਨੂੰ ਟੈਕਸਟ ਖਾਣਾ, ਹੱਥ ਜੋੜ ਕੇ। ਮੈਂ ਉਸ ਮੁੰਡੇ ਨੂੰ ਵੀ ਟੈਕਸਟ ਕੀਤਾ, ਹੱਥ ਨਾ ਕਰ ਯਾਰ, ਮੈਂ ਤੈਨੂੰ ਪੈਸੇ ਦਿੱਤੇ 7 ਤਰੀਕ ਨੂੰ, ਤੂੰ ਚੈੱਕ ਕਰ ਲੈ, ਤੂੰ 8 ਨੂੰ ਨਾ ਕਰ, ਤੂੰ 11 ਨੂੰ ਫੇਰ ਦੇ ਰਿਹਾ ਮੈਂ। ਬਟ ਨਹੀਂ ਹਟਦੇ ਯਾਰ, ਨਹੀਂ ਹਟਦੇ। ਉਹਨਾਂ ਨੂੰ ਇੰਝ ਲੱਗਦਾ ਕਿ ਇਹ ਬੰਦਾ ਬੈਕ ਕਰ ਰਿਹਾ, ਇਹ ਝੁਕ ਰਿਹਾ, ਇਹਨੂੰ ਹੋਰ ਚੁਕਾ ਲਈਏ। ਮੈਂ ਉਹਨਾਂ ਦੇ ਲਾਇਰ ਨੂੰ ਫੋਨ ਕੀਤਾ, ਉਹ ਕਹਿੰਦਾ ਜੀ ਮੈਂ ਗੱਲ ਕਰਕੇ ਦੱਸਦਾ। ਉਹਨਾਂ ਦਾ ਅੱਗੇੋਂ ਜਵਾਬ ਸੀ ਕਿ ਜੇ ਅਸੀਂ ਫੋਟੋ ਨਹੀਂ ਲਾਵਾਂਗੇ ਇਹਨਾਂ ਨੇ ਨਹੀਂ ਦੇਣੇ ਪੈਸੇ। ਓਕੇ। ਔਰ ਦੇਖੋ ਡੈਲੀਬਰੇਟਲੀ ਮੇਰਾ ਨਾਮ ਲਿੱਤਾ ਜਾਂਦਾ ਟਾਊਨ ਹਾਲ 'ਚ। ਮੈਂ ਕੰਪਨੀ ਨੂੰ ਰਿਪਰੈਜ਼ੈਂਟ ਕਰਦਾ ਹੈ। ਤੁਸੀਂ ਮੇਰਾ ਦੇਖੋ, ਇੱਥੇ ਕੈਨੇਡਾ 'ਚ ਇੱਕ ਲਾਅ ਹੈ, ਕੰਪਨੀ ਇਜ਼ ਅ ਕਾਰਪੋਰੇਸ਼ਨ, ਦੇਰ ਇਜ਼ ਨਾਟ ਅ 1 owner 2 owner, ਇਟਸ ਅ ਕਾਰਪੋਰੇਸ਼ਨ ਲਿਮਿਟਡ। ਵਾਈ ਯੂ ਆਰ ਪੁਟਿੰਗ ਮਾਈ ਨੇਮ ਵਿਦਆਊਟ, ਚਲੋ ਐਨੀਵੇਜ਼ ਤੁਸੀਂ ਪੁੱਟ ਵੀ ਕਰ ਰਹੇ, ਮੈਂ ਪੈਸੇ ਵੀ ਦੇ ਰਿਹਾ, ਤੁਸੀਂ ਫਿਰ ਕਹਿ ਰਹੇ ਹੋ ਕਿ ਇਸ ਤਰ੍ਹਾਂ ਪੈਸੇ ਨਹੀਂ ਦਿੰਦੇ। ਵੇਜਸ ਥੈਫਟ ਕਿੱਥੇ ਹੈ? ਵੇਜਸ ਇਜ਼ ਡਿਲੇਡ ਐਂਡ ਵੀ ਆਰ ਪੇਇੰਗ, ਆਲਰੇਡੀ ਪੇ ਕਰਤੇ ਹੈ। ਆਲਰੇਡੀ ਤੁਸੀਂ ਦੱਸਿਆ ਕਿ ਜੂਨ ਪਹਿਲੀ ਨੂੰ ਤੁਸੀਂ ਪੇਮੈਂਟ ਪਲਾਨ ਦਿੱਤਾ ਕਿ ਅਗਰ $1,65,000 ਦੇਣਾ ਹੈ, ਸੋ ਮੈਂ ਆਹ ਤਰੀਕਾ ਨੂੰ ਤੁਹਾਨੂੰ ਇੰਸਟਾਲਮੈਂਟ 'ਚ ਤੁਹਾਡੀ ਸਾਰੀ ਪੇਮੈਂਟਸ ਦੇ ਦਾਂਗੇ। ਹਾਂ, ਉਹ ਮੈਂ ਸ਼ੁਰੂ ਕਰਨਾ ਸੀ 22 ਜੂਨ ਤੋਂ, ਫਿਰ ਰਿਪੀਟ ਕਰ ਰਿਹਾ। ਉਹ ਕੁਝ ਡਿਲੇ ਹੋ ਗਿਆ, ਮੈਂ ਇਹਨਾਂ ਨੂੰ ਕਿਹਾ 6 ਤੋਂ ਕਰਾਂਗੇ। ਮੈਂ 7 ਨੂੰ ਪੈਸੇ ਪਾਏ, 11 ਜੂਨ ਨੂੰ 7 ਜੁਲਾਈ ਨੂੰ ਪੈਸੇ ਪਾਏ, 11 ਜੁਲਾਈ ਨੂੰ ਪੈਸੇ ਪਾਏ, 21 ਜੁਲਾਈ ਨੂੰ ਪੈਸੇ ਪਾਏ। 50% ਇਹਨਾਂ ਦੀ ਪ੍ਰੋਟੈਕਟ ਕਰਨ ਤੋਂ ਪਹਿਲਾਂ ਦੇ ਪੈਸੇ ਪਾ ਰਿਹਾ, ਔਰ ਇਹਨਾਂ ਨਾਲ ਪਹਿਲਾਂ ਕਮਿਊਨੀਕੇਸ਼ਨ ਚੱਲ ਰਹੀ ਹੈ। ਇਹ ਕਿਉਂ ਕਰ ਰਿਹਾ ਮੇਰੀ ਸਮਝ ਤੋਂ ਬਾਹਰ ਹੈ। ਮੈਂ ਫਿਰ ਵੀ ਇਹਨਾਂ ਨੂੰ ਇਹ ਕਹਿਣਾ, ਸਮਾਜ ਨੂੰ ਕਹਿਣਾ, ਪਲੀਜ਼ ਆ ਦੇਖੋ, ਆ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ। ਔਰ ਮੇਰੇ ਕੋਲ ਸਾਰਾ ਪ੍ਰੂਫ ਹੈ, ਮੈਂ ਤੁਹਾਨੂੰ ਸਾਰੀ ਕਮਿਊਨੀਕੇਸ਼ਨ ਦੀ ਫਾਈਲ ਦਿੱਤੀ ਹੈ, ਤੁਸੀਂ ਦੇਖੋ, ਐਕਸੀਡੈਂਟਸ ਦੀ ਵੀ ਫਾਈਲ ਦਿੱਤੀ ਹੈ। ਅਗਰ ਮੈਂ ਕਿਤੇ ਗਲਤ ਹੈ, ਜਸਟ ਕਮ ਐਂਡ ਸੇ ਮੀ, ਸਰ ਤੁਸੀਂ ਇੱਥੇ ਗਲਤ ਹੈ। ਮੈਂ ਬੱਚਿਆਂ ਦੇ ਹੋਰ ਵੀ ਪੈਸੇ ਦੇਣਾ ਚਾਹੁੰਦਾ, ਨਾ ਇਸ ਤਰ੍ਹਾਂ ਕਰਨ। ਜਦੋਂ ਬੱਚੇ ਆਏ ਸੀ ਮੇਰੇ ਕੋਲ, ਇੱਦਾਂ 'ਚ ਮੈਂ ਤੁਹਾਨੂੰ ਦੱਸਿਆ 6 ਐਕਸਪੀਰੀਅੰਸ ਨੇ, ਬਾਕੀ ਬਹੁਤ ਇਸ ਤਰ੍ਹਾਂ ਦੇ ਮੈਂ ਸਭ, ਚਲੋ ਦੇਣ ਵਾਲਾ ਵਾਹਿਗੁਰੂ ਹੁੰਦਾ, ਰੱਬ ਹੁੰਦਾ, ਅੱਲਾਹ ਤਾਲਾ ਹੁੰਦਾ, ਜੋ ਵੀ। ਅਸੀਂ ਰੋਜ਼ਗਾਰ ਨਹੀਂ ਦਿੰਦੇ, ਲੇਕਿਨ ਅਸੀਂ ਇਹਨਾਂ ਨੂੰ ਖੁੱਲੇ ਦਿਲ ਨਾਲ ਕੰਮ ਦੇਈਦਾ, ਕਦੀ ਰੂਡ ਨਹੀਂ ਬੋਲੀਦਾ। ਕਦੀ ਐਕਸੀਡੈਂਟ ਵੀ ਕਰਕੇ ਆ ਜਾਂਦੇ, ਅਸੀਂ ਆਪਣੇ ਬੱਚਿਆਂ ਵਾਂਗ ਕਹਿ ਕੇ ਰਖੀਦਾ, ਯਾਰ ਕੋਈ ਗੱਲ ਨਹੀਂ, ਅਗਲੀ ਵਾਰ ਸੇਫ ਚਲਾਣਾ, ਕਦੀ ਪੈਸੇ ਨਹੀਂ ਕੱਟੀਦੇ। ਔਰ ਸਾਡਾ ਮਾੜਾ ਟਾਈਮ ਥੋੜਾ ਬਹੁਤ ਆ ਗਿਆ, ਇਹ ਚਲੋ ਖੜੇ ਕੀ ਹੋਣਾ, ਤੁਸੀਂ ਭੰਡੀ ਸ਼ੁਰੂ ਕਰਤੀ ਕਰਨੀ, ਇਹ ਨਹੀਂ ਠੀਕ ਹੈਗਾ। ਠੀਕ ਹੈ ਹਰਦੇਵ ਜੀ, $1,60,000 ਤੁਸੀਂ ਦੇਣਾ ਸੀ, ਤੁਸੀਂ 50% ਜਿਹੜੀ ਲਿਸਟ ਹੈ ਤੁਸੀਂ ਬੱਚਿਆਂ ਦਾ, ਡਰਾਈਵਰਸ ਦਾ ਦੇ ਚੁੱਕੇ ਹੋ, ਔਰ ਤੁਸੀਂ ਆ ਪ੍ਰਾਈਮ ਮਿਨਿਸਟਰ ਤੇ ਕਹਿ ਰਹੇ ਹੋ ਕਿ ਜਿਹੜਾ ਬਾਕੀ 50% ਹੈ ਉਹਦਾ ਵੀ ਪਲਾਨ ਹੈ, ਉਹ ਵੀ ਤੁਸੀਂ ਜਲਦ ਤੋਂ ਜਲਦ ਦੇ। ਇਹਨਾਂ ਦੇ ਲਾਇਰ ਕੋ ਵੀ ਪਲਾਨ ਹੈ, ਇਹ ਬੱਚਿਆਂ ਕੋ ਵੀ ਪਲਾਨ ਹੈ, ਸਾਰਿਆਂ ਕੋ ਪਲਾਨ ਹੈ। ਠੀਕ ਹੈ। ਇਹਨਾਂ ਦਾ $78,020 ਮੈਂ ਦੇ ਚੁੱਕਾ ਹੈ, 61 ਸੈਂਟ। ਔਰ ਸਾਰਾ ਪਲਾਨ ਮੈਂ ਤੁਹਾਨੂੰ ਦੱਸਤਾ ਕਿਹੜੇ ਬੰਦੇ ਦੇ ਕਿੰਨੇ ਬਚੇ, ਮੇਰੇ ਕੋਲ ਪਲਾਨ ਦਾ ਵੀ ਤੁਹਾਨੂੰ ਮੈਂ ਦੇਤਾ ਹੈ। ਠੀਕ ਹੈ। I'm ready to give them, but now I have stopped. Let them come and talk to me. ਉਹਨਾਂ ਦਾ ਲਾਇਰ ਸਾਨੂੰ ਗੱਲ ਕਰੇ, ਇਹ ਕੀ ਕਰ ਰਹੇ, ਸਟਾਪ ਕਰਨ। ਇਹ ਨਹੀਂ ਕਿ ਮੈਂ ਪੂਰੇ ਪੈਸੇ ਦੇ ਦਿੰਦਾ ਫਿਰ ਇਹ ਕਰੀ ਜਾ ਰਹੇ। ਇਹਨਾਂ ਨੇ ਮੈਨੂੰ 7th ਨੂੰ ਕਿਹਾ ਪੈਸੇ ਦਿੱਤੇ, 8th ਨੂੰ ਭੰਡੀ ਕਰਤੀ, ਮੈਂ 11th ਨੂੰ ਪੈਸੇ ਦਿੱਤੇ, 21st ਨੂੰ ਪੈਸੇ ਦਿੱਤੇ, ਫਿਰ ਭੰਡੀ ਕਰਤੀ। ਔਰ ਉੱਥੇ ਜਾ ਕੇ ਦੱਸ ਰਹੇ ਕਿ ਮੈਂ ਪੈਸੇ ਨਹੀਂ ਦੇ ਰਿਹਾ, ਮੈਂ ਵੈਜ ਥੈਫਟ ਹੈ। ਇਸ ਤਰ੍ਹਾਂ ਮੈਂ ਸਾਰੇ ਪੈਸੇ ਦੇ ਦਿੰਦਾ, ਫਿਰ ਵੀ ਇਸ ਤਰ੍ਹਾਂ ਕਰੀ ਜਾਂਗੇ, ਮੈਂ ਕੀ ਕਰਾਂਗਾ? I want somebody to come and help me. ਠੀਕ ਹੈ। If I am wrong, tell me. ਜੇ ਮੈਂ ਗਲਤ ਨਹੀਂ ਹੈ ਤਾਂ ਇਹਨੂੰ ਰੋਕਣਾ ਚਾਹੀਦਾ। ਅਸੀਂ ਹਰਦੇਵ ਜੀ, ਅਸੀਂ ਵੀ ਇਹ ਕਹਿਣਾ ਚਾਹਾਂਗੇ ਕਿ ਜਦ ਅਸੀਂ ਅਪਰੋਚ ਕੀਤਾ, ਕਿਉਂਕਿ ਅਸੀਂ ਇੱਕ ਪੱਖ ਦਿਖਾਇਆ, ਜਿਹੜੇ ਡਰਾਈਵਰਸ, ਯੰਗ ਡਰਾਈਵਰਸ ਹੈ, ਉਹ ਸੜਕਾਂ ਤੇ ਨਿਕਲੇ ਹੈ, ਫੋਟੋਆਂ ਲੈ ਕੇ ਕਿਸੇ ਦੀਆਂ ਪ੍ਰੋਟੈਸਟ ਕਰ ਰਹੇ ਆ ਆਪਣੇ ਹੱਕਾਂ ਲਈ, ਆਪਣੀ ਵੇਜਸ ਲਈ। ਸਾਡਾ ਫਰਜ਼ ਬਣਦਾ ਕਿ ਅਸੀਂ ਉਹ EMPLOYER ਕੋਲ ਵੀ ਜਾਈਏ ਕਿ ਉਹਨਾਂ ਦਾ ਪੱਖ ਕੀ ਹੈ। ਜਿੱਦਾਂ ਹਰਦੇਵ ਜੀ ਨੇ ਆਪਣੀ ਸਟੋਰੀ ਦੱਸੀ ਕਿ ਇਹਨਾਂ ਨੇ ਕਦੀ ਕਮਿਊਨੀਕੇਸ਼ਨ ਬੰਦ ਨਹੀਂ ਕੀਤੀ, ਇਹਨਾਂ ਨੇ ਹਮੇਸ਼ਾ ਕੀਤਾ ਮੇਰਾ ਪੇਮੈਂਟ ਪਲਾਨ ਹੈ, ਮੈਂ ਤੁਹਾਡੇ ਪੈਸੇ ਦੇਣੇ ਆ। ਕੁਝ ਰੀਜ਼ਨ ਕਰਕੇ ਮੇਰੇ ਟਰੱਕ ਫਲੀਟ ਜਿਹੜੀ ਹੈ ਔਨ ਗਰਾਊਂਡ ਹੈ, ਇਨਫਲੇਸ਼ਨ ਜ਼ਿਆਦਾ ਹੈ, ਰਿਸੈਸ਼ਨ ਬਹੁਤ ਹਾਈ ਹੈ, ਸੋ ਤੁਹਾਡੇ ਪੈਸੇ ਜਿਹੜੇ ਦੇਣੇ ਆ, ਤੁਸੀਂ ਸੜਕਾਂ 'ਤੇ ਪ੍ਰੋਟੈਸਟ ਨਾ ਕਰੋ, ਲੈਟਸ ਡੂ ਦ ਕਮਿਊਨੀਕੇਸ਼ਨ ਐਂਡ ਤੁਹਾਡਾ ਇੱਕ ਪੇਮੈਂਟ ਪਲਾਨ ਪਾ ਕੇ ਉਹ ਦੇ ਦਾਂਗੇ। ਲੇਕਿਨ ਕੀ ਇਹ ਰਸਤਾ ਠੀਕ ਹੈ ਕਿ ਅਸੀਂ ਸੜਕਾਂ 'ਤੇ ਜਾਂ ਉਹਨਾਂ ਦੇ ਘਰਾਂ ਦੇ ਬਾਹਰ ਜਾਂ ਪੋਸਟਰ ਚੱਕ ਕੇ, ਬੈਨਰਸ ਪਾ ਕੇ ਕੈਨੇਡਾ ਨੂੰ ਇੱਕ 3rd ਵਰਲਡ ਕੰਟਰੀ ਬਣਾਈਏ? ਕੌਣ ਜ਼ਿੰਮੇਦਾਰ ਹੈ ਕਿ ਅਸੀਂ ਸੜਕਾਂ ਦੀ ਜਗ੍ਹਾ ਅਸੀਂ ਲੇਬਰ ਕੋਰਟ 'ਚ ਕਿਉਂ ਨਹੀਂ ਜਾਂਦੇ? ਕੰਪਨੀ ਦਾ ਕਹਿਣਾ ਹੈ ਕਿ ਲੇਬਰ ਕੋਰਟ 'ਚੋਂ ਕੋਈ ਨੋਟਿਸ ਨਹੀਂ ਆਇਆ, ਨਾ ਕੋਈ ਗਿਆ, ਔਰ ਕਿਉਂਕਿ ਆ ਕਮਿਊਨੀਕੇਸ਼ਨ ਕਰ ਰਹੇ ਸੀਗੇ ਕਿ ਅਸੀਂ ਤੁਹਾਡੀ ਜਿਹੜੀ ਪੇਮੈਂਟ ਡਿਲੇ ਹੋਈਆਂ ਵੇਜਸ ਦੀਆਂ ਉਹ ਦੇ ਦਾਂਗੇ। ਸੋ ਦੂਜੀ ਤਰਫ ਉਹਨਾਂ ਦਾ ਪੱਖ ਅਸੀਂ ਹਰ ਪ੍ਰੋਟੈਸਟ 'ਚ ਵੀ ਦੇਖਿਆ, ਜਿਹੜੇ ਡਰਾਈਵਰਸ ਹੈ ਕੀ ਕਹਿਣਾ ਕਿ ਉਹਨਾਂ ਨੇ ਖਰਚੇ ਕਿੱਦਾਂ ਚਲਾਣੇ, ਉਹਨਾਂ ਨੇ ਆਪਣੀ ਗਰੋਸਰੀ ਕਿੱਦਾਂ ਕਰਨੀ ਹੈ। ਲੇਕਿਨ ਇਟਸ ਅ ਬੋਥ ਸਾਈਡ, ਹਰ ਤਰੀਕਾ ਤਦੀ ਲੇਬਰ ਕੋਡ ਬਣਿਆ ਕਿ ਲੇਬਰ ਕੋਡ 'ਚ ਜਾ ਕੇ ਇੱਕ ਸੋਲੂਸ਼ਨ ਉਹਦਾ ਨਿਕਲ ਜਾਂਦਾ ਹੈ। ਆਖਰੀ 'ਚ ਹਰਦੇਵ ਜੀ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਇੱਕ ਤੁਹਾਨੂੰ ਗੱਲ ਇੱਕ ਰਿਕੁਐਸਟ ਕਰਦਾ, ਜਿਹੜੀ ਆ ਗੱਲ ਕਹਿਣੀ ਕਿ ਲੇਬਰ ਕੋਰਟ ਐਕਸ਼ਨ ਨਹੀਂ ਲੈਂਦਾ, ਦਿਸ ਗਵਰਨਮੈਂਟਸ ਆਰ ਵੈਲ
ਪਲਾਨਡ ਗਵਰਨਮੈਂਟਸ। ਇਹ ਗੱਲ ਗਲਤ ਹੈ। ਲੇਬਰ ਕੋਡ ਤੋਂ ਅਗਰ ਨੋਟਿਸ ਆਉਂਦਾ, ਅਗਰ ਕੋਈ EMPLOYER ਪੇ ਨਹੀਂ ਕਰਦਾ, ਉਹਦਾ ਅਕਾਊਂਟ ਸੀਜ਼ ਕਰ ਦਿੱਤਾ ਜਾਂਦਾ। ਬਿਲਕੁਲ, ਇਹ ਗਲਤ ਗੱਲ ਹੈ। ਕੰਪਨੀ ਦਾ ਅਕਾਊਂਟ ਸੀਜ਼ ਹੋ ਜਾਂਦਾ ਹੈ। ਇਹ ਗਲਤ ਗੱਲ ਹੈ ਕਹਿਣਾ ਕਿ ਲੇਬਰ ਕੋਰਟ ਨੇ ਨੋਟਿਸ ਕਰਤਾ। ਠੀਕ ਹੈ, ਅਗਰ ਉਹ ਨਹੀਂ ਦਿੰਦਾ, ਦੇ ਆਰ ਸ਼ੋਇੰਗ ਦਾ ਬੈਂਕਰਪਸੀ। ਅਗਰ ਕੋਈ ਬੰਦਾ ਇਸ ਤਰ੍ਹਾਂ ਦਾ ਅਗਰ ਪ੍ਰੋਪਰ EMPLOYE, ਉਹਦਾ ਅਕਾਊਂਟ ਬੰਦ ਹੋ ਜਾਂਦਾ, ਉਹ ਗਲਤ ਗੱਲ ਹੈ ਕਿ ਲੇਬਰ ਕੋਰਟ ਇਸ ਤਰ੍ਹਾਂ। ਦੂਜੀ ਗੱਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਦੇਖੋ, ਜਦੋਂ ਇੱਕ ਬੰਦਾ, ਇਹਨਾਂ ਨੇ ਪ੍ਰੋਟੈਸਟ 8 ਜੁਲਾਈ ਨੂੰ ਕੀਤਾ, ਮੇਰੀ ਤਾਂ ਇਹਨਾਂ ਨਾਲ ਕਮਿਊਨੀਕੇਸ਼ਨ, ਫਿਰ ਮੈਂ ਪਲੀਜ਼ ਉਹ ਡੇਟ ਦੇਖ ਲਾਂ, 24 ਮਈ ਨੂੰ ਸਟਾਰਟ ਹੋ ਗਈ ਸੀ। 24 ਮਈ 2023 ਨੂੰ ਪਹਿਲੀ ਕਮਿਊਨੀਕੇਸ਼ਨ ਸਟਾਰਟ ਹੋਈ ਹੈ। 25 ਨੂੰ ਮੈਂ ਜਵਾਬ ਦੇਤਾ, 30 ਨੂੰ ਪੇਮੈਂਟ ਪਲਾਨ ਦੇਤਾ, 7 ਜੁਲਾਈ ਨੂੰ ਪੇਮੈਂਟ ਦੇਤੀ। ਔਰ ਤੁਹਾਡੇ ਇਹ ਵੀ ਕਹਿਣਾ ਕਿ 8 ਜੁਲਾਈ ਨੂੰ ਜਿਹੜੀਆਂ ਪੇਮੈਂਟਾਂ ਸਾਲ ਪੁਰਾਣੀਆਂ ਨਹੀਂ ਆ, ਸਿਰਫ 2-3 ਮਹੀਨੇ 2-3 ਮਹੀਨੇ 4 ਮਹੀਨੇ ਦੀ ਹੋਣਗੇ, ਮੈਨੂੰ ਉਹਦਾ ਵੀ ਨਹੀਂ, ਸਾਲ ਪੁਰਾਣੀ ਨਹੀਂ। ਔਰ ਦੂਜੀ ਗੱਲ ਸਰ, ਦੂਜੀ ਗੱਲ, ਔਰ ਮੈਂ ਤੁਹਾਨੂੰ ਮੂੰਹ ਜ਼ੁਬਾਨੀ ਨਹੀਂ ਦੱਸ ਰਿਹਾ, ਮੈਂ ਤੁਹਾਨੂੰ ਸਾਰਾ ਪੇਪਰ ਫਾਈਲ ਦਿੱਤਾ, ਡਾਕੂਮੈਂਟ। ਅੱਛਾ, ਮੇਰਾ ਲਾਇਰ ਇਹਨਾਂ ਦੇ ਲਾਇਰ ਨਾਲ ਕਮਿਊਨੀਕੇਟ ਕਰ ਰਿਹਾ, ਲਾਇਰ ਦੀ ਕਮਿਊਨੀਕੇਸ਼ਨ ਨੂੰ ਵੀ ਨਹੀਂ ਇਹ ਮੰਨਦੇ। ਔਰ ਤੁਹਾਨੂੰ ਪੂਰੀ ਫਾਈਲ ਦਿੱਤੀ ਹੈ, ਪਹਿਲੀ ਕਮਿਊਨੀਕੇਸ਼ਨ ਕਦੋਂ ਹੋਈ ਹੈ, ਬੈਂਕ ਦੇ ਪ੍ਰੂਫ ਦਿੱਤੇ, ਉਹਨਾਂ ਦੇ ਅਕਾਊਂਟ 'ਚੋਂ ਪੈਸੇ ਚਲੇ ਗਏ। ਮੂੰਹ ਜ਼ੁਬਾਨੀ ਕੋਈ ਗੱਲ ਨਹੀਂ ਹੈ। ਠੀਕ ਹੈ, ਪਰ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਅਗਰ ਕੋਈ ਪ੍ਰੋਬਲਮ ਹੈ, ਲੇਬਰ ਕੋਰਟ ਤੇ ਜਾਓ, ਰੂਲਸ ਐਂਡ ਰੈਗੂਲੇਸ਼ਨ ਆਓ। ਸਾਡੀਆਂ ਵੀ ਫੈਮਲੀਆਂ, ਕਿਉਂ ਸਾਨੂੰ ਇਸ ਤਰ੍ਹਾਂ ਕਰਦੇ? ਤੁਸੀਂ ਉਹ ਗੱਲ ਨੂੰ ਨਾ ਭੁੱਲੋ ਕਿ ਜਦੋਂ ਟਾਈਮ ਠੀਕ ਸੀ, ਅਸੀਂ ਤੁਹਾਨੂੰ ਜੌਬਸ ਦਿੱਤੀਆਂ, ਹੁਣ ਫਿਰ ਠੀਕ ਹੋ ਜਾਣਾ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਅਸੀਂ ਤੁਹਾਨੂੰ ਫਿਰ ਜੌਬਸ ਦੇਵਾਂਗੇ, ਅਸੀਂ ਤੁਹਾਡੇ ਵਾਸਤੇ ਹੀ ਹਾਂ। ਜਸਟ ਬੀ ਲਾਈਕ ਆਵਰ ਕਿਡਸ ਐਂਡ ਡੋਂਟ ਡੀਫੇਮ ਅਸ ਲਾਈਕ ਦੈਟ। ਤੁਸੀਂ ਉਹ ਦਿਨ ਕਿਉਂ ਭੁੱਲ ਜਾਂਦੇ ਜਦੋਂ ਅਸੀਂ ਤੁਹਾਨੂੰ ਜੌਬ ਦਿੰਦੇ ਜਾਂ ਜੌਬ ਲੈਣ ਆਉਂਦੇ ਹੋ ਤੁਸੀਂ? ਠੀਕ ਹੈ ਹਰਦੇਵ ਜੀ, ਥੈਂਕ ਯੂ, ਤੁਸੀਂ ਆਪਣਾ ਪੱਖ ਰੱਖਿਆ। ਅਸੀਂ ਰਿਸਪੈਕਟ ਕਰਦੇ ਹਾਂ, ਕਿਉਂਕਿ ਜਦ ਅਸੀਂ ਤੁਹਾਨੂੰ ਅਪਰੋਚ ਕੀਤਾ, ਤੁਸੀਂ ਕਦੀ ਨਹੀਂ ਕਿਹਾ ਕਿ ਮੈਂ ਆਪਣਾ ਪੱਖ ਨਹੀਂ ਰੱਖ ਰਿਹਾ ਜਾਂ ਅਸੀਂ ਭੱਜ ਰਹੇ ਹਾਂ, ਕਿਉਂਕਿ ਕਹਿੰਦੇ ਕਿ ਭੱਜਦਾ ਉਹੀ ਹੈ ਜਿਹਦੇ ਦਿਲ 'ਚ ਕੁਛ ਨਾ ਕੁਛ ਮੈਲ ਹੋਏ। ਤੁਸੀਂ ਆ ਕੇ ਆਪਣਾ ਪੱਖ ਰੱਖਿਆ ਕਿ EMPLOYER ਦਾ ਪੱਖ ਕੀ ਹੈ, ਅਸੀਂ ਰਿਸਪੈਕਟ ਕਰਦੇ ਹਾਂ ਉਹਦੀ। ਲਾਸਟ ਮੈਂ ਇੱਕ ਗੱਲ ਹੋਰ ਕਹਿਣਾ, ਅਗਰ ਮੇਰੇ ਵੱਲੋਂ ਕਿਸੇ ਨੂੰ ਕੋਈ ਤਕਲੀਫ ਹੋਈ ਹੈ ਜਾਂ ਕੁਝ ਹੋਇਆ, ਮੈਂ ਇਸੇ ਕਰਕੇ ਇੱਥੇ ਆਇਆ ਕਿ ਮੈਂ ਆਪਣੇ ਬਿਜ਼ਨਸ ਨੂੰ ਸੀਰੀਅਸਲੀ ਲੈਣਾ, ਅੱਗੇ ਹੋਰ ਸੀਰੀਅਸ ਲੈ। ਮੈਂ ਉਹਦੇ ਵਾਸਤੇ ਮਾਫੀ ਚਾਹੁੰਦਾ। ਮੇਰਾ ਕੰਮ ਰੁਕ ਗਿਆ, ਮੇਰਾ ਕੰਮ ਨਹੀਂ ਸੀ, ਡਿਲੇਸ ਵਾਸਤੇ ਮੈਂ ਮਾਫੀ ਚਾਹੁੰਦਾ। ਮੈਂ ਇਹ ਨਹੀਂ ਕਹਿੰਦਾ ਕਿ ਮੈਂ, ਤੁਸੀਂ ਅਪੋਲੋਜਾਈਜ਼ ਕਰਦੇ ਹੋ ਜਿਹੜੀ ਵੇਜਸ ਡਿਲੇ ਹੋਈਆਂ ਉਹਦੇ ਲਈ, ਤੁਸੀਂ ਮਾਫੀ ਮੰਗਦੇ ਹੋ। ਮਾਫੀ ਮੰਗਦਾ ਮੈਂ। ਤੁਸੀਂ ਕਹਿੰਦੇ ਹੋ 50% ਜਿਹੜਾ ਅਮਾਉਂਟ ਰਹਿ ਗਿਆ ਉਹ ਵੀ ਤੁਸੀਂ ਪੇ ਕਰ ਦਿਓ। ਹਾਂ, ਦੇਗਾ, ਲੇਕਿਨ ਆਹ ਤਰੀਕਾ ਠੀਕ ਨਹੀਂ। ਔਰ ਜਦੋਂ ਮੈਂ ਪੇ ਕਰ ਰਿਹਾ ਸੀ, ਤੁਸੀਂ ਫਿਰ ਮੈਨੂੰ ਭੰਡੀ ਕਿਉਂ ਕੀਤੀ? ਮੈਂ ਕੁਐਸਚਨ ਪੁੱਛਣਾ ਚਾਹੁੰਦਾ। ਜਦੋਂ ਮੈਂ ਤੁਹਾਡੇ ਨਾਲ ਕਮਿਊਨੀਕੇਟ ਕਰ ਰਿਹਾ, 7th ਨੂੰ ਪੈਸੇ ਦੇਤੇ, ਫਿਰ ਤੁਸੀਂ ਭੰਡੀ, 21 ਨੂੰ ਪੈਸੇ ਦੇਤੇ, ਫਿਰ ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ? ਠੀਕ ਹੈ, ਵਾਈ ਯੂ ਡੂਇੰਗ ਲਾਈਕ दैट? ਬਿਲਕੁਲ। ਮੇਰੀ ਵੀ ਫੈਮਿਲੀ ਹੈ, ਮੇਰੇ ਵੀ ਬੱਚੇ, ਤੁਹਾਡੇ ਕਿਉਂ ਇਸ ਤਰ੍ਹਾਂ ਕਰ ਰਹੇ ਹੋ? ਕੋਈ ਰੀਜ਼ਨ? ਬਹੁਤ ਜੈਨੂਇਨ ਸਵਾਲ ਹੈ। ਜਦ ਇੱਕ ਕੰਪਨੀ EMPLOYER ਪੇ ਕਰ ਰਿਹਾ, ਡਿਲੇ ਦੇ ਲਈ ਉਹਨਾਂ ਨੇ ਅਪੋਲੋਜੀ ਮੰਗੀ ਹੈ, ਜਦੋਂ ਪੇਮੈਂਟ ਪੇ ਕਰ ਰਹੇ ਹੈ, ਪੇਮੈਂਟ ਪਲਾਨ ਦਿੱਤਾ, ਫਿਰ ਸੜਕਾਂ ਤੇ ਪ੍ਰੋਟੈਸਟ ਕਰਨ ਦੀ ਕੀ ਲੋੜ ਹੈ? ਫਿਰ ਤੁਸੀਂ ਲੇਬਰ ਕੋਰਟ ਕਿਉਂ ਨਹੀਂ ਗਏ? ਆ ਸਵਾਲ ਸਾਰੇ ਬਣਦੇ ਹੈ। ਔਰ ਜਦ ਕਮਿਊਨੀਕੇਸ਼ਨ ਹੋ ਰਹੀ EMPLOYER ਔਰ EMPLOYEE ਦੇ ਵਿੱਚ, ਤਾਂ ਵਿੱਚ ਅਰਚਨਾ ਕਿਉਂ ਪੈਂਦੀ ਹੈ? ਆ ਸਵਾਲ ਤੁਸੀਂ ਵੀ ਇਹਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸੋ। ਇੱਕ ਸਰ ਹੋਰ, ਪ੍ਰੋਟੈਸਟ ਤੋਂ ਪਹਿਲਾਂ ਹੀ ਪੇ ਕੀਤੇ ਹੋਏ ਨੇ, ਫਿਰ ਅਗਲੇ ਦਿਨ ਪ੍ਰੋਟੈਸਟ ਕਰਦੇ ਹੋ, ਕਿਆ ਇਹ ਸਹੀ ਹੈ? ਪੈਸੇ ਲੈ ਕੇ ਪ੍ਰੋਟੈਸਟ ਕਰਨਾ, ਤੁਹਾਡੇ ਅਕਾਊਂਟ 'ਚ ਪੈਸੇ ਵੀ ਆ ਜਾਣ, ਦਿਸ ਇਜ਼ ਦਾ ਵੇ ਟੂ ਡੂ ਇਟ। ਇਹਦਾ ਇਹੀ ਮਤਲਬ ਹੈ, ਇਹ ਕਹਿਣਾ ਚਾਹੁੰਦੇ ਕਿ ਅਸੀਂ ਤਾਂ ਕਰਨਾ ਹੀ ਕਰਨਾ, ਇਹੀ ਤਰੀਕਾ ਹੈ ਪੈਸੇ ਲੈਣ ਦਾ, ਬਟ ਦਿਸ ਇਜ਼ ਨਾਟ ਰਾਈਟ। ਠੀਕ ਹੈ ਹਰਦੇਵ ਜੀ, ਥੈਂਕ ਯੂ ਸਾਡੇ ਨਾਲ ਜੁਆਇਨ ਕਰਨ ਲਈ ਤੇ ਗੱਲਬਾਤ ਕਰਨ ਲਈ। ਥੈਂਕ ਯੂ ਸਰ। ਥੈਂਕ ਯੂ।